ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰਹਿ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰਹਿ, ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰਹਿ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰਹਿ, ਨਾ ਸਤ ਰੁਖੀ ਬਿਰਖੀ ਪੱਥਰ, ਆਪ ਤਛਾਵਹਿ ਦੁਖ ਸਹਹਿ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਕਾਹੋ ਚਰਹਿ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸਨੂੰ ਦੇ ਤਿਸ ਆਏ ਮਿਲੈ, ਨਾਨਕ ਤਾਕੋ ਮਿਲੈ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ, ਸਭ ਘਟ ਮੇਰੇ ਹੋ ਸਭਨਾ ਅੰਦਰ, ਜਿਸ ਹੈ ਖੁਆਈ ਤਿਸ ਕੌਣ ਕਹੈ, ਜਿਸ ਹੈ ਦਿਖਾਲਾ ਵਾਟੜੀ, ਤਿਸ ਹੈ ਭੁਲਾਵੈ ਕੌਣ, ਜਿਸ ਹੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੈ ਕੌਣ, ਜਿਸ ਹੈ ਦਿਖਾਲਾ ਵਾਟੜੀ, ਤਿਸ ਹੈ ਭੁਲਾਵੈ ਕੌਣ, ਜਿਸ ਹੈ ਭੁਲਾਈ ਪੰਧ ਸਿਰ, ਤਿਸ ਹੈ ਦਿਖਾਵੈ ਕੌਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਬੇ ਇਕਬਾਤ, ਸਹਿਬੇ ਬਰਕਤ, ਰੋਸ਼ਨੇ ਚਿਰਾਗ, ਮੁਰਸ਼ਦ ਕਾਮਲ, ਨੂਰੇ ਨਜ਼ਰ, बरदो आलम शाह, शाह शहनशाह, वालिए दो जहान, सरवरे कायनात, मुजस्समाए आबे हयात, सारी मनुखता दे सांझे रहबर, परम सन्मानयोग साहिब सच्चे पातशाह, धन 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 श्री गुरु ग्रंथ साहिब महाराज जी दी पावन पवित्र हजूरी अंदर गुरुद्वारा दीवान हाल मंजी साहिब विखे धन गुरु रामदास पातशाह महाराज जी दे पावन पवित्र मुकद्दस दर तो सचखंड श्री हरमंदर साहिब विखे जो अमृत वेले धन श्री गुरु ग्रंथ साहिब महाराज जी होना ने तखत साहिब ते प्रकाशमान हो करके साड़ी झोली विच पावन पवित्र मुख वाक दी दात बख्शिश कीती है और इस दर दी मर्यादा दे अनुसार निता प्रति दी तरह आप सारियां संगतां जो गुरु चरनां विच बैठ के जां टीवी दे इंटरनेट दे अनेकां जिहड़े होर साधनां दे माध्यम राहीं देश विदेश दी धरती ते गुरु चरनां नाल सुरतियां करके जुड़, शरीर करके जुड़, अपनियां हाजरियां लवा रहे हो तो सतगुरां वल्लों
ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹੋਏ ਮੁੱਖ ਵਾਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ, ਤਿਸ ਦੀ ਵਿਚਾਰ ਆਪਾਂ ਸਭਨਾਂ ਨੇ ਰਲ ਮਿਲ ਕੇ ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਕਰਨ ਦਾ, ਸਮਝਣ ਦਾ ਯਤਨ ਕਰਨਾ ਹੈ। ਤੋ ਆਓ ਕਰੋ ਕਿਰਪਾ, ਬਖਸ਼ੋ ਅਸੀਸ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼, ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ, ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ, ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾ ਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰਹੇ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜੋ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਅੱਜ ਦਾ ਇਹ ਪਾਵਨ ਮੁੱਖ ਵਾਕ ਜੋ ਰਾਮਕਲੀ ਰਾਗ ਦੀ ਪਹਿਲੀ ਵਾਰ ਹੈ, ਕਿਉਂਕਿ ਰਾਮਕਲੀ ਰਾਗ ਦੇ ਵਿੱਚ 3 ਵਾਰਾਂ ਨੇ। ਪਹਿਲੀ ਵਾਰ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਹੋਣਾ ਦੀ ਉਚਾਰਨ ਕੀਤੀ ਹੈ, ਇਹਦੀਆਂ 21 ਪੌੜੀਆਂ ਨੇ। ਦੂਸਰੀ ਵਾਰ ਜਿਹੜੀ ਹੈ ਉਹ 5ਵੇਂ ਗੁਰਦੇਵ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਹੋਣਾ ਦੀ ਉਚਾਰਨ ਕੀਤੀ ਹੋਈ ਹੈ, ਉਹਦੀਆਂ 22 ਪੌੜੀਆਂ ਨੇ। ਤੇ ਤੀਸਰੀ ਵਾਰ ਜਿਹੜੀ ਹੈ ਉਹ ਬਾਬਾ ਸੱਤਾ ਬਲਵੰਡ ਜੀ ਜੋ ਗੁਰੂ ਘਰ ਦੇ ਕੀਰਤਨੀਏ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਉਹਨਾਂ ਦੁਆਰਾ ਉਚਾਰਨ ਕੀਤੀ ਹੈ, ਜਿਹਦੀਆਂ 8 ਪੌੜੀਆਂ ਨੇ। ਉਹ ਕੇਵਲ ਪੌੜੀਆਂ ਨੇ, ਉਹਨਾਂ ਨਾਲ ਸ਼ਲੋਕ ਨਹੀਂ ਹੈ। ਇਹ ਜਿਸ ਵਾਰ ਦੇ ਵਿੱਚੋਂ ਅੱਜ ਇਹ ਮੁੱਖ ਵਾਕ ਦੀ ਬਖਸ਼ਿਸ਼ ਹੋਈ ਹੈ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਹੋਣਾ ਦੀ ਉਚਾਰਨ ਕੀਤੀ 12 ਨੰਬਰ ਪੌੜੀ ਹੈ। ਔਰ ਇਸ ਪੌੜੀ ਦੇ ਨਾਲ 7 ਸ਼ਲੋਕ ਆਏ ਨੇ। 7 ਦੇ 7 ਹੀ ਸ਼ਲੋਕ ਜਿਹੜੇ ਹੈ ਉਹ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਣਾ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ। ਪੌੜੀ ਤੀਸਰੇ ਗੁਰਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਤ ਜਿਹੜੀ ਦਿੱਤੀ ਹੈ, ਪਹਿਲਾ ਸ਼ਲੋਕ ਜਿਹੜਾ ਹੈ, ਸ਼ਲੋਕ ਮਹੱਲਾ ਪਹਿਲਾ, ਮਹਾਰਾਜ ਬਚਨ ਕਰਦੇ ਆ, ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ। ਇਹ ਜਦੋਂ ਤੁਸੀਂ ਜਿਹੜੇ ਗੁਰਸਿੱਖ ਬਾਣੀ ਪੜ੍ਹਦੇ ਹੋ, ਬਾਣੀ ਨੂੰ ਜਾਣਨ ਦਾ ਇਸ਼ਕ ਰੱਖਦੇ ਹੋ, ਕਿਉਂਕਿ ਇੱਕ ਰਸ ਹੈ, ਬੰਦੇ ਨੂੰ ਜਿਹੋ ਜਿਹਾ ਲੱਗ ਜਾਏ ਫਿਰ ਉਸੇ ਪਾਸੇ ਉਹਦੀ ਪ੍ਰਵਿਰਤੀ ਹੁੰਦੀ ਹੈ। ਕਿਸੇ ਨੂੰ ਖਾਣ ਦਾ ਰਸ ਹੈ, ਉਹ ਬੰਦਾ ਸਾਰੀ ਦਿਹਾੜੀ ਇਹਨਾਂ ਚੀਜ਼ਾਂ ਦੀ ਟੋਲ ਭਾਲ ਵਿੱਚ ਹੀ ਲੱਗਾ ਰਹਿੰਦਾ ਹੈ। ਕਿਸੇ ਨੂੰ ਵਿਕਾਰਾਂ ਦਾ ਰਸ ਹੈ, ਉਹਦੀ ਸਾਰਾ ਦਿਨ ਅੱਖਾਂ ਵੀ ਇਹ ਕੁਝ ਵੇਖਦੀਆਂ, ਮਨ 'ਚ ਵੀ ਉਹ ਕੁਝ ਚੱਲਦਾ, ਕੰਨ ਵੀ ਉਹ ਕੁਝ ਸੁਣਨਾ ਚਾਹੁੰਦੇ। ਤਾਂ ਕਰਕੇ ਮਹਾਰਾਜ ਨੇ ਗੁਰਬਾਣੀ 'ਚ ਵਚਨ ਵਰਤਿਆ, ਜੈਸੀ ਭੂਖ ਤੈਸੀ ਕਾ ਪੂਰਖ। ਜਿਹੋ ਜੀ ਭੁੱਖ ਹੋਵੇ, ਤੁਸੀਂ ਕਿਤੇ ਵੀ ਚਲੇ ਜਾਓ, ਕਿਸੇ ਬੰਦਾ ਘਰ ਤੋਂ ਨਵੀਂ ਥਾਂ ਤੇ ਕਿਤੇ ਜਾਵੇ, ਰਾਤ ਕੱਟਣੀ ਪਵੇ, ਤੇ ਜੇ ਉਹ ਮਾਲਕ ਦੇ ਘਰ ਦਰ ਵਾਲੇ ਪਾਸੇ ਉਹਦਾ ਧਿਆਨ ਹੈ, ਤੋ ਜਾਂਦੇ ਪੁੱਛੇਗਾ ਜੀ ਇੱਥੇ ਕਿਤੇ ਨੇੜੇ ਕੋਈ ਗੁਰੂ ਘਰ ਹੈ, ਕਿਉਂਕਿ ਉਹਦਾ ਰਸ ਹੈ ਸਤ ਸੰਗਤ ਮੰਨਣ ਦਾ, ਗੁਰੂ ਦਰ ਦਾ। ਤੇ ਨਸ਼ਈ ਬੰਦਾ ਜਿੱਥੇ ਵੀ ਜਾਏਗਾ ਉਹ ਪੁੱਛੇ ਵੀ ਇੱਥੇ ਨੇੜੇ ਕੋਈ ਨਸ਼ੇ ਦਾ ਅੱਡਾ ਹੈ। ਵਿਸ਼ਈ ਬੰਦਾ ਜਿਹੜਾ ਉਹ ਪੁੱਛੇਗਾ ਇੱਥੇ ਕਿਸੇ ਵਿਸ਼ੇ ਵਿਕਾਰ ਦਾ ਅੱਡਾ ਹੈ। ਜਿਹੋ ਜਿਹਾ ਰਸ ਹੈ ਮਨੁੱਖ ਦੇ ਜੀਵਨ ਵਿੱਚ, ਉਹ ਉਹੋ ਜਿਹੀ ਚੀਜ਼ ਨੂੰ ਲੱਭਣ ਵਾਸਤੇ, ਖੋਜਣ ਵਾਸਤੇ ਟੁਰ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਇਸ ਰਾਮਕਲੀ ਰਾਗ ਦੇ ਅੰਦਰ ਆਪ ਜੀ ਜਦੋਂ ਗੁਰੂ ਪਾਤਸ਼ਾਹ ਦੀ ਬਾਣੀ ਪੜ੍ਹੋਗੇ ਤਾਂ ਜੋਗੀਆਂ ਦੇ ਨਾਲ ਬਹੁਤ ਜ਼ਿਆਦਾ ਸੰਬੰਧਿਤ ਜਿਹੜੇ ਨੇ ਜੋਗੀਆਂ ਨਾਲ, ਕਿਉਂਕਿ ਚਰਚਾ ਵਾਰ-ਵਾਰ ਹੁੰਦੀ ਰਹੀ ਔਰ ਉਹ ਸਤਿਗੁਰਾਂ ਕੋਲੇ ਵਾਰ-ਵਾਰ ਆਉਂਦੇ ਰਹੇ। ਉਹਨਾਂ ਦੇ ਆਉਣ ਦਾ ਕਾਰਨ ਕੀ ਸੀ, ਇਹ ਮੈਂ ਆਰੰਭ ਵਿੱਚ ਬੇਨਤੀ ਕਰਦੇ ਹਾਂ। ਅੱਜ ਵੀ ਕਿਸੇ ਥਾਂ ਤੇ ਕੋਈ ਲੱਗਦਾ ਨਾ ਕੋਈ ਇਨਸਾਨ ਚੰਗਾ ਹੈ, ਉਹਦੀ ਪ੍ਰਤਿਸ਼ਠਾ ਹੈ ਜਾਂ ਉਹਨੂੰ ਜਗਤ ਵਿੱਚ, ਔਰ ਚੇਤਾ ਰੱਖਣਾ ਸੰਸਾਰ ਦੇ ਵਿੱਚ ਇੱਕ ਹੁੰਦਾ ਹੈ ਕਿ ਕਿਤੇ ਮਾਣ ਪ੍ਰਾਪਤ ਕਰਨਾ ਔਰ ਮਸ਼ਹੂਰ ਹੋਣ ਵਿੱਚ ਤੇ ਸਫਲ ਹੋਣ ਵਿੱਚ ਬੜਾ ਵੱਡਾ ਫਰਕ ਹੁੰਦਾ ਹੈ। ਮਸ਼ਹੂਰ ਤੇ ਲੋਕ ਜਿਹੜਾ ਹੈ ਉਹ ਗਲਤ ਕਰਮ ਕਰਕੇ ਵੀ ਹੋ ਜਾਂਦੇ ਆ, ਉਲਟ ਕੰਮ ਕਰਕੇ ਵੀ ਹੋ ਜਾਂਦੇ ਆ। ਅੱਜ ਜ਼ਿਆਦਾਤਰ ਜਿਹੜਾ ਹੈ ਉਹ ਗੁਰਬਾਣੀ ਤੇ ਸਵਾਲ ਖੜੇ ਕਰਕੇ, ਕੰਟਰੋਵਰਸੀ ਪੈਦਾ ਕਰਕੇ, ਉਹਦੇ ਪਿੱਛੇ ਉਹਨਾਂ ਲੋਕਾਂ ਦਾ ਏਮ ਨਿਸ਼ਾਨਾ ਕੇਵਲ ਇੰਨਾ ਹੈ ਬਈ ਸਾਨੂੰ ਦੁਨੀਆ ਜਾਣਨ ਲੱਗ ਪਵੇ। ਪਰ ਮਾਲਕ ਦੇ ਘਰਦਾਰ ਵੱਲੋਂ ਤਾਂ ਧੱਕੇ ਜਾਣਾ ਹੈ ਨਾ। ਉਹ ਕਿਸੇ ਨੂੰ ਪੁੱਛਿਆ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਬੋਲਦਾ ਹੈ, ਥੱਲੇ ਵੇਖਿਆ ਕਰ ਲੋਕ ਗਾਲਾਂ ਕੱਢਦੇ ਆ ਤੈਨੂੰ, ਇਸ ਤਰ੍ਹਾਂ ਕਹਿੰਦੇ। ਆਂਦਾ ਜੀ ਵਿਊ ਤਾਂ ਮਿਲਦੇ ਆ, ਭਾਵੇਂ ਗਾਲਾਂ ਵੀ ਕੱਢੀ ਜਾਂਦੇ। ਮਤਲਬ ਅੱਜ ਜਿਹੜੀ ਬਿਰਤੀ ਹੈ ਉਹ ਸਾਡੀ ਇਹ ਹੋ ਗਈ, ਇਹੋ ਜੀ ਹੋ ਗਈ। ਤੋ ਮਹਾਰਾਜ ਸੱਚੇ ਪਾਤਸ਼ਾਹ ਦਾਤਾ ਜੀ ਹੋਣਾ ਦੇ ਨਾਲ ਉਹ ਜੋਗੀ ਚਾਹੁੰਦੇ ਸੀ ਬਈ ਸਤਿਗੁਰਾਂ ਦੀ ਜਦੋਂ ਵਡਿਆਈ ਸੁਣੀ, ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਉਹ ਮਾਲਕ ਦੀ ਸ਼ੋਭਾ ਸੰਸਾਰ ਤੇ ਹੋਈ ਤਾਂ ਉਹ ਜੋਗੀ ਚਾਹੁੰਦੇ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਬਾਬਾ ਨਾਨਕ ਸਾਡੇ ਇਸ ਜੋਗ ਮਤ ਦਾ ਹਿੱਸਾ ਬਣ ਜਾਏ। ਇਸੇ ਕਰਕੇ ਉਹ ਵਾਰ-ਵਾਰ ਆਉਂਦੇ ਔਰ ਉਹਨਾਂ ਸੋਚਿਆ ਪਤਾ ਕੀ ਸੀ, ਕਹਿੰਦੇ ਵੀ ਜੇ ਇਹ ਸਾਡੇ ਪੰਥ ਦਾ, ਸਾਡੇ ਮਤ ਦਾ ਹਿੱਸਾ ਬਣ ਜਾਂਦੇ ਆ, ਇਹਨਾਂ ਦੇ ਮਗਰ ਇੰਨੀ ਉਮਤ ਹੈ, ਇੰਨੇ ਲੋਕ ਇਹਨਾਂ ਨੂੰ ਮੰਨਣ ਵਾਲੇ ਆ, ਉਹ ਸਾਰੇ ਦੇ ਸਾਰੇ ਸਾਡੇ ਪਿੱਛੇ ਆ ਜਾਣਗੇ। ਉਹਨਾਂ ਨੇ ਯਤਨ ਵੀ ਕੀਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਵਾਰ ਜਿਹਦੇ ਵਿੱਚ ਉਹਨਾਂ ਨੇ ਇਸ਼ਾਰਾ ਕੀਤਾ ਹੈ ਕਿ ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਇਹ ਲੇਵੈ ਬਾਲਾ। ਦਰਸ਼ਨ ਭਾਵ ਕਿ ਸਾਡੇ ਮੱਤ ਵਾਲੇ ਪਾਸੇ ਆਵੇ, ਜੋਗ ਦਰਸ਼ਨ ਦੀ ਕਹਾਣੀ। ਸਿੱਧੀ ਮਨੇ ਵਿਚਾਰਿਆ ਕਿਵ ਦਰਸ਼ਨ ਨੇ ਲੇਵੈ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ। ਕਹਿੰਦੇ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਣ ਉੱਠ ਚਾਲਾ, ਬਾਬਾ ਆਇਆ ਪਾਣੀਐ। ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਲੈਣ ਵਾਸਤੇ ਗਏ, ਡਿੱਠੇ ਰਤਨ ਜਿਵੇਂ ਹਰ ਲਾਲਾ। ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ। ਉਹਦੇ ਵਿੱਚ ਉਹਨਾਂ ਨੇ ਇੱਕ ਪੰਕਤੀ ਲਿਖੀ, ਕਹਿੰਦੇ ਸਤਿਗੁਰ ਅਗੰਮ ਅਗਾਧ ਪੁਰਖ, ਕਿਹੜਾ ਚੱਲੇ ਗੁਰੂ ਦੀ ਚਾਲਾ। ਉਸ ਮਾਲਕ ਦੀ ਝਾਲ ਨਾ ਕੋਈ ਚੱਲ ਸਕਿਆ ਔਰ ਉਸ ਦਾਤੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਸ ਆਪਣਾ ਪੰਥ ਨਿਰਾਲਾ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਜੋਗੀਆਂ ਨੂੰ ਹਰ ਵਾਰ ਇਹ ਕਹਿ ਕੇ ਉੱਠਣਾ, ਬੜੀ ਵਾਰ ਉਹ ਆਏ, ਚਾਹੇ ਸੁਮੇਰ ਪਰਬਤ ਹੈ, ਚਾਹੇ ਜਿਹਨੂੰ ਪਹਿਲਾਂ ਗੋਰਖ ਮਤਾ ਕਹਿੰਦੇ ਅੱਜ ਨਾਨਕ ਮਤਾ ਸਾਹਿਬ ਹੈ, ਇਹ ਚਾਹੇ ਅਚਲ ਸਾਹਿਬ ਦੀ ਬਾਤ ਕਰ ਲਈਏ, ਬਹੁਤ ਸਾਰੇ ਅਸਥਾਨ ਮਹਾਰਾਜ ਨਾਲ ਵਾਰ-ਵਾਰ ਚਰਚਾ ਹੋਈ। ਲੇਕਿਨ ਹਰ ਵਾਰ ਉਹਨਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਇਹਦੇ ਵਿੱਚ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਜਿੱਥੇ ਉਹ ਲੋਕ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਇਹ ਆਖਦੇ ਰਹੇ, ਦਾਤਾ ਤੇਰੀ ਝਾਲ ਨਹੀਂ ਕੋਈ ਚੱਲ ਸਕਦਾ, ਦਾਤਾ ਤੇਰੇ ਚਰਨਾਂ ਵਿੱਚ ਤਾਂ ਅਸੀਂ ਮੱਥਾ ਟੇਕਦੇ ਹਾਂ, ਤੇਰੇ ਸਾਹਮਣੇ ਸਾਡੀ ਕੋਈ ਪਾਇਆ ਨਹੀਂ ਹੈ, ਪਰ ਉਹਦਾ ਹੋ ਕੇ ਸਿੱਖ ਤੇ ਅੱਜ ਕਿਸੇ ਜੋਗੀ ਦੇ ਕੋਲੋਂ ਗਿੱਦੜ ਸਿੰਘੀ ਲੱਭਦਾ ਫਿਰ ਇਹ ਗੱਲ ਨਹੀਂ ਬਣਦੀ। ਭਲਿਓ ਪੁਰਖੋ, ਇਹ ਬਾਤ ਨਹੀਂ ਬਣਦੀ। ਜਿਸ ਮਾਲਕ ਨੇ, ਇਹ ਮੈਂ ਬੇਨਤੀ ਜ਼ਰੂਰ ਕਰਦਾ, ਗੁਰੂ ਨਾਨਕ ਦਾ ਸਿੱਖ ਹੋਵੇ ਤੇ ਕਿਸੇ ਜੋਗੀ ਨੂੰ ਆਖੇ ਮੈਨੂੰ ਆਹ ਦੇ ਦੇ, ਮੇਰਾ ਆਹ ਹੋ ਜਾਏ, ਮੈਨੂੰ ਆਹ ਦੇ ਦੇ, ਮੇਰਾ ਆਹ ਹੋ ਜਾਏ। ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੰਨਣ ਵਾਲਾ ਤੇ ਜਿਨ੍ਹਾਂ ਪੰਡਤਾਂ ਦੀ ਕਿਤੇ ਪੂਰੀ ਨਾ ਪਈ, ਕੋਈ ਉਪਾਅ ਨਾ ਹੋਇਆ ਉਹਨਾਂ ਤੋਂ, ਉਹਨਾਂ ਆਖਿਆ ਤੁਹਾਡਾ ਮਸਲਾ ਹੱਲ ਕੇਵਲ ਤੇ ਕੇਵਲ ਆਨੰਦਪੁਰ ਸਾਹਿਬ ਜਾ ਕੇ ਹੋਣਾ। ਉਹ ਕਸ਼ਮੀਰੀ ਸਾਰੇ ਦੇ ਸਾਰੇ ਚੱਲ ਕੇ 9ਵੇਂ ਗੁਰਦੇਵ ਦੇ ਚਰਨਾਂ ਵਿੱਚ ਆਉਣ ਤੇ ਉਹਦਾ ਸਿੱਖ ਅੱਜ ਕਿਸੇ ਜਾ ਕੇ ਹੱਥ ਵੇਖਣ ਵਾਲੇ, ਉਹ ਕਰਨ ਵਾਲੇ ਕੋਲੇ ਆਖੇ ਜੀ ਮੇਰਾ ਕੁਝ ਉਪਾਅ ਕਰ ਦਿਓ। ਉਹ ਭਲਿਆ ਉਹਨਾਂ ਦਾ ਉਪਾਅ ਨਹੀਂ ਸੀ ਕਿਤੇ ਹੁੰਦਾ, ਉਹਨਾਂ ਦਾ ਉਪਾਅ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ। ਉਹਨਾਂ ਦਾ ਸੰਕਟ ਤੇ ਉਸ ਮਾਲਕ ਨੇ ਹਰਿਆ ਤੇ ਤੂੰ ਉਹਦਾ ਅਖਵਾਉਣ ਵਾਲਾ, ਜਿਹੜੇ ਆਪ ਇੱਕ ਦਿਨ ਸੰਕਟ ਵਿੱਚ ਸਨ, ਉਹਨਾਂ ਨੂੰ ਕੋਈ ਨਾ ਲੱਭਾ ਗੁਰੂ ਤੋਂ ਬਗੈਰ, ਤੇ ਤੂੰ ਗੁਰੂ ਦਾ ਹੋ ਕੇ ਫਿਰ ਉਹਨਾਂ ਕੋਲੋਂ ਲੱਭਦਾ ਫਿਰੇ ਵੀ ਸ਼ਾਇਦ ਮੇਰਾ ਸੰਕਟ ਹਰ ਦੇਣਗੇ।
महाराज सच्चे पातशाह का गुरबाणी च बचन है, कस्तूरी कै भुलड़ै गंदे डुम पयास। कहंदे तां कस्तूरी दे भुलेखे गंदी छप्पड़ी विच डिगण वाला काम है, गुरु नूं छड्ड के, मालक नूं छड्ड के। तो सतगुरु सच्चे पातशाह ने ये जेड़े बचन है ना, 7 श्लोक ने, इन्हां विच चर्चा है उन्हां जोगियां दे नाल और गुरु साहिब जी दा धीरज। अज किते एक सवाल जिहड़ा है पुछया जाए, कोई बंदे दी कहानी खत्म हो जाती है, तुसीं सिद्ध गोष्ट इहदे तो पहलां सिद्ध गोष्ट दी समाप्ति हुंदी ते वार आरंभ हुंदी है। कम से कम 354 तक के गिणती क्याफा लाया गया भी इन्ने सवाल जोगियां ने लगातार बाबे नानक नूं पुछे ते महाराज ने हरेक सवाल दा जवाब दिता। आख्या भाई असल विच जीवन यह है, इत्थे भी महाराज किरपा करे, कहंदे ना सत दुखिया ना सत सुखिया। उस सत नूं पाउण वास्ते जोगी कहंदे जी, क्योंकि हठ जोग जिहड़ा गुरु घर विच प्रवान नहीं है, पुठे लटक जाओ, ਉਹਦੇ ਨਾਲ ਨਾਲ ਇੱਕ ਲੱਤ ਤੇ ਖਲੋ ਜਾਓ, ਰੋਟੀ ਪਾਣੀ ਛੱਡ ਦਿਓ, ਇਹ ਚੀਜ਼ਾਂ ਉਹ ਕਰਦੇ ਸਨ। ਤੋ ਮਹਾਰਾਜ ਕਹਿੰਦੇ ਨਾ ਤਾਂ ਆਪਣੇ ਆਪ ਨੂੰ ਦੁੱਖ ਦੇ ਕੇ ਵੀ ਦੁਖੀ ਰਹੀਏ, ਨੰਗੇ ਪੈਰੀਂ ਰਹੀਏ, ਐਸਾ ਕੁਝ ਕਰੀਏ, ਇਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਸਤ ਨਹੀਂ ਲੱਭਦਾ। ਨਾ ਸਤ ਸੁਖੀਆ ਤੇ ਨਾ ਕਹਿੰਦੇ ਸੁਖੀ ਹੋ ਕੇ ਵੀ ਬਹੁਤੇ ਸੁੱਖ ਮਾਣ ਕੇ ਐਸਾ ਕੁਝ ਆਖੇ, ਨਾ ਇਸ ਤਰੀਕੇ ਨਾਲ ਉਹ ਸਤ ਦੀ ਪ੍ਰਾਪਤੀ ਹੈ। ਨਾ ਸਤ ਪਾਣੀ ਜੰਤ ਫਿਰੈ ਤੇ ਪਾਣੀ ਵਿੱਚ ਖਲੋ ਕੇ ਜਲ ਧਾਰੇ ਕਰਕੇ ਇਹੋ ਜਿਹਾ ਕੁਝ ਕਰਕੇ, ਕਹਿੰਦੇ ਇਸ ਤਰ੍ਹਾਂ ਵੀ ਨਹੀਂ, ਕਿਉਂਕਿ ਪਾਣੀ ਵਿੱਚ ਰਹਿਣ ਵਾਲੇ ਜੰਤ ਬੇਅੰਤ ਨੇ। ਜਦੋਂ 84 ਲੱਖ ਜੂਨਾਂ ਆਖੀਆਂ ਤਾਂ ਮਹਾਰਾਜ ਨੇ ਬਾਣੀ ਵਿੱਚ ਬਚਨ ਆਖੇ, ਕਹਿੰਦੇ 42 ਲੱਖ ਜੀ ਜਲ ਮੈਂ ਹੋਤੇ। ਅੱਧੀਆਂ ਜੂਨਾਂ ਜਿਹੜੀਆਂ ਉਹ ਪਾਣੀ ਦੇ ਵਿੱਚ ਨੇ, ਭਾਵ ਕਿ ਜੇ ਉਸ ਮਾਲਕ ਦਾ ਨਾਮ ਨਹੀਂ ਹਿਰਦੇ ਵਿੱਚ, ਉਹਦਾ ਅਰਾਧਨ ਨਹੀਂ, ਉਹਦੀ ਯਾਦ ਨਹੀਂ, ਕਹਿੰਦੇ ਨਾ ਦੁਖੀ ਰਹਿ ਕੇ, ਨਾ ਸੁਖੀ ਹੋ ਕੇ, ਸੁੱਖ ਮਾਣ ਕੇ, ਨਾ ਦੁੱਖ ਲੈ ਕੇ, ਤੇ ਨਾ ਪਾਣੀ ਵਿੱਚ ਰਹਿ ਕੇ ਉਸ ਮਾਲਕ ਦੀ ਦਾਤ ਜਿਹੜੀ ਹੈ ਉਹ ਸਤ ਦੀ ਪ੍ਰਾਪਤੀ ਨਹੀਂ ਹੁੰਦੀ। ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰਹੇ। ਹੁਣ ਉਹ ਕੀ ਕਰਦੇ ਸਨ ਵੀ ਕੇਸਾਂ ਦੀ ਬੇਅਦਬੀ ਕਰ ਦੇਣੀ, ਬਿਲਕੁਲ ਰੁੰਡ ਮੁੰਡ ਹੋ ਜਾਣਾ ਤੇ ਆਖਣਾ ਇਸ ਤਰ੍ਹਾਂ ਪਰਮੇਸ਼ਰ ਦੀ ਜਿਹੜੀ ਆ ਉਹ ਪ੍ਰਾਪਤੀ ਹੁੰਦੀ। ਦੋ ਕੰਮ ਕਰਦੇ, ਜਾਂ ਤਾਂ ਰੁੰਡ ਮੁੰਡ ਹੋ ਜਾਣਾ ਤੇ ਜਾਂ ਜਟਾਵਾਂ ਬਣਾ ਲੈਣੀਆਂ। ਇਹੋ ਜਿਹਾ ਕਰਮ ਅੱਜ ਵੀ ਸਾਡੇ ਬਹੁਤਾਤ ਵਿੱਚ ਇਹੋ ਜਿਹੇ ਜੀਵ। ਵੇਖੋ ਗੁਰਸਿੱਖ ਨੂੰ ਹੁਕਮ ਕੀ ਹੈ, ਮਹਾਰਾਜ ਨੇ ਆਖਿਆ ਕੰਘਾ ਦੋਨੋਂ ਵਕਤ ਕਰ, ਪਰ ਸਿੱਖ ਆਖੇ ਜੀ ਫਲਾਣੇ ਦੀਆਂ ਜਟਾਵਾਂ ਬੜੀਆਂ ਲੰਬੀਆਂ, ਬੜਾ ਪਹੁੰਚਿਆ ਹੋਇਆ ਪੁਰਖ ਹੈ, ਇਹ ਗੱਲ ਨਹੀਂ ਬਣਦੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ, ਕਹਿੰਦੇ ਜਟਾਵਾਂ ਤਾਂ ਬੋੜ ਦੀਆਂ ਵੀ ਬੜੀਆਂ ਲਮਕਦੀਆਂ ਹੁੰਦੀਆਂ, ਬੋੜਾਂ ਦੇ ਭਾਵੇਂ ਹੁਣ ਘੱਟ ਰਹਿ ਗਏ ਰੁੱਖ, ਅਸੀਂ ਛੱਡੇ ਕੋਈ ਨਹੀਂ, ਉਹਦੇ ਵੀ ਕਿੰਨੀਆਂ ਕਿੰਨੀਆਂ ਲੰਬੀਆਂ ਪਕੜ ਕੇ ਨਾਲ ਝੂਟ ਜਾਂਦੇ ਸਨ। ਤੋ ਕਹਿੰਦੇ ਇਸੇ ਕਰਕੇ ਨਾ ਤਾਂ ਕੇਸੀ, ਭਾਵ ਕਿ ਨਾ ਤਾਂ ਜਟਾਵਾਂ ਬਣਾਉਣ ਨਾਲ ਤੇ ਨਾ ਬਿਲਕੁਲ ਘੋਣ ਮੋਣ ਹੋ ਜਾਣ ਦੇ ਨਾਲ। ਉਹ ਵੀ ਬਚਨ ਲਿਖਿਆ, ਮੂੰਡ ਮੁੰਡਾਏ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆ ਕਾਈ। ਭੇਡ ਦੀ ਉਹਨੂੰ ਲਾਉਂਦੇ ਆ ਨਾ, ਬਿਲਕੁਲ ਉਹਨੂੰ ਸਾਫ਼ ਕਰ ਦਿੰਦੇ, ਕਹਿੰਦੇ ਫਿਰ ਤਾਂ ਉਹਨੂੰ ਪ੍ਰਾਪਤੀ ਹੋ ਜਾਣੀ ਚਾਹੀਦੀ ਸੀ। ਇਹ ਜਿੰਨੇ ਕਰਮਾਂ ਦਾ ਜ਼ਿਕਰ ਆ ਰਿਹਾ ਹੈ, ਭਾਵ ਕਿ ਬਾਹਰੀ ਕਿਰਿਆ ਜਿਹੜੀ ਹੈ, ਜੇ ਅੰਦਰ ਮਾਲਕ ਦੀ ਯਾਦ ਨਹੀਂ, ਉਹਦਾ ਅਰਾਧਨ ਅੰਦਰ ਨਹੀਂ ਨਾ ਟਿਕਿਆ, ਉਹਦੇ ਨਾਲ ਨਹੀਂ ਜੁੜਿਆ, ਤਾਂ ਸਾਹਿਬ ਕਹਿੰਦੇ ਬਾਹਰੀ ਤੌਰ ਤੇ ਜੋ ਕੁਝ ਕਰਦਾ ਫਿਰਦਾ ਹੈ, ਇਹਦੇ ਨਾਲ ਉਸ ਮਾਲਕ ਦੀ ਬਖਸ਼ਿਸ਼, ਉਹਦੀ ਰਹਿਮਤ ਦੇ ਪਾਤਰ ਨਹੀਂ ਬਣਿਆ ਜਾਣਾ। ਤਾਂ ਕਰਕੇ ਆਖਿਆ, ਕਹਿੰਦੇ ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੈ। ਫਿਰ ਇਹ ਬੰਦੇ ਨੂੰ ਹੋ ਜਾਂਦਾ ਜੀ ਫਲਾਣਾ ਵਿਦਵਾਨ ਬੜਾ ਵੱਡਾ ਹੈ, ਕਿਤਾਬਾਂ ਪੜ੍ਹੀਆਂ, ਉਹ ਦਲੀਲਾਂ ਦੀ ਕਹਾਣੀ ਤੇ ਇਹੋ ਜੀ ਹੈ, ਕਹਿੰਦੇ ਜੀ ਫਲਾਣਾ ਬੜੀ ਦਲੀਲ ਨਾਲ ਗੱਲ ਕਰਦਾ। ਉਹ ਕਿਤੇ ਕੋਈ ਸੱਜਣ ਲੱਗਾ ਸੀ, ਉਹ ਪਰਮੇਸ਼ਰ ਦੇ ਸੰਬੰਧ ਵਿੱਚ ਦਲੀਲ ਦੇ ਰਿਹਾ ਸੀ। ਉਹ ਕਹਿੰਦਾ ਜੀ ਰੱਬ ਇਸ ਤਰ੍ਹਾਂ ਹੈ, ਮਾਲਕ ਇਸ ਤਰ੍ਹਾਂ ਹੈ, ਅਕਾਲ ਪੁਰਖ ਇਸ ਤਰ੍ਹਾਂ ਹੈ। ਹੁੰਦੇ ਇਹੋ ਜਿਹੇ ਜੀ। ਉਹ ਸਮਾਪਤੀ ਹੋਈ ਤੇ ਇੱਕ ਸੱਜਣ ਕੋਲ ਆ ਗਿਆ, ਕਹਿੰਦੇ ਜੀ ਪ੍ਰੋਗਰਾਮ ਤੇ ਅਸੀਂ ਵੀ ਕਰਾਉਣਾ, ਇੱਕ ਤੁਹਾਡਾ ਉੱਥੇ ਪ੍ਰਵਚਨ ਸੁਣਨੇ, ਤੁਹਾਡੇ ਬੋਲ ਸੁਣਨੇ, ਲੈਕਚਰ ਸੁਣਨਾ ਤੁਹਾਡਾ। ਉਹ ਆਂਦੇ ਜੀ ਕੋਈ ਗੱਲ ਨਹੀਂ, ਪਰ ਕਹਿੰਦਾ ਜੀ ਵਿਸ਼ਾ ਬਿਲਕੁਲ ਉਲਟ ਹੋਣਾ ਹੈ। ਕਹਿੰਦੇ ਜਿਵੇਂ ਤੁਸੀਂ ਸਿੱਧ ਕੀਤਾ ਨਾ ਵੀ ਰੱਬ ਹੈ, ਰੱਬ ਹੁੰਦਾ ਆ, ਇਸ ਤਰ੍ਹਾਂ ਆਪਾਂ ਇਹ ਦੱਸਣਾ ਵੀ ਰੱਬ ਨਹੀਂ ਹੈ। ਤੇ ਉਹ ਪੜ੍ਹਿਆ ਸੀ ਨਾ, ਕੇਵਲ ਪੜ੍ਹਿਆ ਸੀ। ਆਂਦਾ ਜੀ ਗੱਲ ਹੀ ਕੋਈ ਨਹੀਂ, ਤੁਸੀਂ ਰੱਖੋ,
ਜੇ ਇੱਥੇ ਰੱਬ ਦੇ ਸੰਬੰਧ 100 ਦਲੀਲਾਂ ਦਿੱਤੀਆਂ ਤੇ ਨਹੀਂ ਹੈ 200 ਦੇ ਦਿਆਂਗੇ। ਪੜ੍ਹਾਈ ਤਾਂ ਇਹੋ ਜਿਹੀ ਹੋ ਗਈ ਨਾ। ਤੇ ਮਹਾਰਾਜ ਨੇ ਇਹੋ ਜਿਹੇ ਜੀਵਨਾਂ ਨੂੰ ਆਖਿਆ ਸੀ, ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ। ਚੇਤਾ ਰੱਖਿਓ, ਗਿਆਨ ਜ਼ਰੂਰੀ ਹੈ, ਲੇਕਿਨ ਸ਼ਰਧਾ ਨਾ ਹੋਈ ਤਾਂ ਸਿਆਣਿਆਂ ਦਾਨਿਆਂ ਦਾ ਇੱਕ ਛੋਟਾ ਜਿਹਾ ਕਥਨ ਹੈ। ਉਹਨਾਂ ਨੇ ਇਸ ਤਰ੍ਹਾਂ ਸਮਝਾਇਆ, ਕਹਿੰਦੇ ਭਿਖਾਰੀ ਦੋ ਤੇ ਉਹ ਬੈਠੇ ਕਿਸੇ ਨਾ ਪੁਲ ਦੇ ਉੱਤੇ ਬੈਠ ਕੇ, ਉੱਥੋਂ ਲੋਕ ਅਕਸਰ ਲੰਘਦੇ ਸਨ, ਉਹ ਉੱਥੇ ਮੰਗ ਕੇ ਖਾਂਦੇ। ਉਹਨਾਂ ਚੋਂ ਇੱਕ ਨਾ ਅੱਖਾਂ ਤੋਂ ਅੰਨਾ ਸੀ। ਖਾਲਸੇ ਬੋਲ ਬਾਲਿਆਂ ਵਿੱਚ ਤੇ ਸੂਰਮਾ ਸਿੰਘ ਕਹਿੰਦੇ ਆ ਨਾ, ਸ਼ਬਦ ਕਦੇ ਵੀ ਕਿਸੇ 'ਚ ਕੋਈ ਕਮੀ ਹੋਵੇ ਇਹੋ ਜਿਹਾ ਨਹੀਂ ਕਹਿਣਾ ਚਾਹੀਦਾ ਕਿ ਅਗਲੇ ਨੂੰ ਲੱਗੇ ਮੇਰੇ 'ਚ ਕਮੀ ਹੈ। ਉਹ ਇੱਕ ਅੱਖਾਂ ਤੋਂ ਵਿਹੂਣਾ ਸੀ, ਅੰਨਾ ਸੀ, ਸੂਰਮਾ ਸਿੰਘ ਸੀ, ਤੇ ਦੂਸਰੇ ਦੇ ਨਾ ਹੱਥ ਸਨ ਨਾ ਲੱਤਾਂ ਸਨ ਉਹਦੀਆਂ, ਲੂਲਾ ਤੇ ਪਿੰਗਲਾ ਦੋਨੋਂ ਚੀਜ਼ਾਂ ਉਹਦੇ, ਨਾ ਉਹਦੇ ਪੈਰ ਤੇ ਨਾ ਉਹਦੇ ਹੱਥ, ਪਰ ਉਹਦੀਆਂ ਅੱਖਾਂ ਠੀਕ ਸਨ। ਉਹ ਦੋਵੇਂ ਬੈਠ ਕੇ ਉੱਥੇ ਮੰਗਦੇ ਸੀ। ਲੋਕ ਵੀ ਚੱਲ ਇਹਦੀਆਂ ਅੱਖਾਂ ਹੈ ਨਹੀਂ, ਇਹਨੂੰ ਦੇ ਦਿਓ ਇਹਦੀਆਂ। ਹੁਣ ਤਾਂ ਚੰਗੇ ਭਲੇ ਸਰੀਰਾਂ ਵਾਲੇ ਮੰਗੀ ਜਾਂਦੇ ਆ ਨਾ, ਤੇ ਅਸੀਂ ਦੇਈ ਜਾਂਦੇ ਅੱਖਾਂ ਮੀਟ ਕੇ, ਤਿਵੇਂ ਤਿਵੇਂ ਉਹ ਗਿਣਤੀ ਵੱਧਦੀ ਜਾ ਰਹੀ ਹੈ। ਇਹ ਲਿਖਿਆ ਹੋਇਆ ਹੈ, ਅੰਗ ਭੰਗ ਨੂੰ ਦੇਣਾ ਠੀਕ ਹੈ, ਪਰ ਅੰਗ ਠੀਕ ਠਾਕ ਨੇ ਉਸ ਬੰਦੇ ਨੂੰ ਇਹ ਕਹੋ ਵੀ ਭਾਈ ਕਿਰਤ ਕਰ। ਅਸੀਂ ਕੋ ਉਹਨੂੰ ਛੋਟਾ ਮੋਟਾ ਕੰਮ ਖੋਲ ਕੇ ਦੇ ਦਈਏ ਵੀ ਮੰਗ ਕੇ ਨਾ ਖਾ, ਤੂੰ ਕਿਰਤ ਕਰ, ਤੈਨੂੰ ਕੋਈ ਛੋਟਾ ਮੋਟਾ ਕਾਰਜ ਦੇ ਦਿੰਨੇ, ਪਰ ਛੇਤੀ ਕੀਤਿਆਂ ਤਿਆਰ ਨਹੀਂ ਹੁੰਦੇ ਉਹ ਹੁਣ ਜਦੋਂ ਬੈਠੇ, ਉਹ ਕਿਸੇ ਕਾਰਨ ਕਰਕੇ ਨਾ ਰੋਡ ਕਿਤੇ ਬੰਦ ਹੋ ਗਿਆ, ਬਣ ਲੱਗ ਪਿਆ ਪੁਲ ਜਿਹੜਾ ਸੀ। ਹੁਣ ਉੱਥੇ ਬੈਠੇ ਵਿਚਾਰੇ ਜੀਓ ਦਰਾਉਂਦੇ ਨਹੀਂ, ਬੜੇ ਔਖੇ ਹੋਏ, ਉਹ ਭੁੱਖੇ ਬੈਠੇ ਸਨ। ਇੱਕ ਦਿਨ ਬੜੇ ਦੁਖੀ, ਉੱਥੋਂ ਕੋਈ ਸੱਜਣ ਲੰਘਿਆ, ਕਹਿੰਦਾ ਵੀ ਗੱਲ ਕੀ ਹੈ? ਕਹਿੰਦਾ ਜੀ ਬੜੇ ਦੁਖੀ ਆ। ਕਹਿੰਦੇ ਰੋਟੀ? ਕਹਿੰਦਾ ਫਲਾਣੀ ਥਾਂ ਤੇ ਅੱਜ ਭੰਡਾਰਾ ਲੱਗਾ, ਲੰਗਰ ਲੱਗਾ, ਤੇ ਉੱਥੇ ਚਲੇ ਛਕ ਲਓ। ਆਂਦਾ ਜੀ ਕੀ ਕਰੀਏ? ਆਹ ਬੰਦਾ ਆਂਦਾ ਮੈਂ ਵੇਖ ਸਕਦਾ, ਮੈਂ ਤੁਰ ਨਹੀਂ ਸਕਦਾ, ਮੇਰੇ ਕੋਲ ਲੱਤਾਂ ਹੈ ਨਹੀਂ ਨਾ ਹੱਥ ਹੈ। ਕਹਿੰਦੇ ਆਂਦਾ ਜੀ ਇਹ ਤੁਰ ਸਕਦਾ, ਲੱਤਾਂ ਇਹਦੀਆਂ ਠੀਕ ਨੇ, ਪਰ ਇਹਦੀਆਂ ਅੱਖਾਂ ਹੈ ਨਹੀਂ, ਨਜ਼ਰ ਹੈ ਨਹੀਂ, ਹੁਣ ਇਹ ਕਿਵੇਂ ਜਾਈਏ? ਤਾਂ ਕਰਕੇ ਦੁਖੀ ਆਂਦੇ ਮੈਂ ਤੁਹਾਨੂੰ ਇੱਕ ਸਕੀਮ ਦੇਣਾ। ਉਹ ਕੀ ਕਰ? ਉਹ ਕਹਿੰਦੇ ਵੀ ਜਿਹਦੀਆਂ ਲੱਤਾਂ, ਜਿਹੜਾ ਅੱਖਾਂ ਤੋਂ ਵੀ ਹੋਣਾ ਹੈ ਨਾ, ਤੂੰ ਇੰਜ ਕਰ, ਇਸ ਲੰਗੜੇ ਲੂਲੇ ਨੂੰ ਆਪਣੇ ਮੋਢਿਆਂ ਤੇ ਚੁੱਕ ਲਾ, ਤੇ ਅੱਖਾਂ ਇਹਦੀਆਂ ਵੇਖਣਗੀਆਂ, ਪੈਰ ਤੇਰੇ ਚੱਲਣਗੇ, ਵੀ ਤੁਰੀ ਤੂੰ, ਡਾਇਰੈਕਸ਼ਨ ਤੈਨੂੰ ਇਹ ਦੇਗਾ ਵੀ ਸੱਜੇ ਹੋ ਜਾ, ਖੱਬੇ ਹੋ ਜਾ, ਉੱਚੀ ਥਾਂ ਨੀਵੀਂ ਹੈ, ਤੇ ਤੁਸੀਂ ਉੱਥੇ ਜਾਓ ਤੇ ਜਾ ਕੇ ਪ੍ਰਸ਼ਾਦਾ ਛਕ ਲਓ। ਭੁੱਖੇ ਕਿਉਂ ਮਰਨ ਡਏ ਹੋ? ਕਿਸੇ ਦਾ ਆਸਰਾ ਕਿੰਨਾ ਚਿਰ ਤੱਕੋਗੇ? ਉਹਨੇ ਕਹਿੰਦਾ ਜੀ ਇਹ ਤਾਂ ਸਾਡੇ ਦਿਮਾਗ 'ਚ ਹੀ ਨਹੀਂ ਆਈ ਪਹਿਲਾਂ। ਉਹਨੇ ਜਿਹੜਾ ਲੱਤਾਂ ਪੈਰਾਂ ਤੋਂ ਵਿਹੂਣਾ ਸੀ, ਉਹਨੂੰ ਮੋਢਿਆਂ ਤੇ ਚੁੱਕਿਆ, ਅੱਖਾਂ ਤੋਂ ਵਿਹੂਣੇ ਨੇ। ਹੁਣ ਉਹ ਮੋਢਿਆਂ ਤੇ ਬੈਠਾ ਦੱਸੀ ਜਾਂਦਾ, ਇੱਧਰ ਚੱਲ, ਇੱਧਰ ਚੱਲ, ਇੱਧਰ ਚੱਲ। ਪਹੁੰਚ ਗਏ ਉੱਥੇ, ਜਾ ਕੇ ਆਰਾਮ ਨਾਲ ਪ੍ਰਸ਼ਾਦਾ ਛਕਿਆ, ਤੇ ਨਾਲੇ ਉਹਨਾਂ ਨੇ ਧੰਨਵਾਦ ਕੀਤਾ ਉਹਦਾ ਵੀ ਤੂੰ ਚੰਗੀ ਸਕੀਮ ਦੇ ਕਿਉਂ। ਇਹ ਲਿਖ ਕੇ ਨਾ ਦਾਨੇ ਨੇ ਇੱਕ ਸ਼ਬਦ ਲਿਖਿਆ, ਉਹ ਕਹਿੰਦਾ ਹੈ ਕਿਸੇ ਲੰਗੜੇ ਲੂਲੇ ਜਾਂ ਅੰਨੇ ਦੀ ਕਹਾਣੀ ਨਹੀਂ, ਇਹ ਇੱਕ ਗਿਆਨ ਤੇ ਸ਼ਰਧਾ। ਗਿਆਨ ਜਿਹੜਾ ਉਹ ਹਮੇਸ਼ਾ ਪੈਰਾਂ ਤੇ ਹੱਥਾਂ ਤੋਂ ਵਿਹੂਣਾ ਹੁੰਦਾ ਆ। ਗਿਆਨ ਜਿੰਨਾ ਮਰਜ਼ੀ ਹੋ ਜਾਏ, ਬੰਦੇ ਦੀ ਸੁਰਤ ਨਹੀਂ ਜੇ ਤੁਰਦੀ ਉਸੇ ਪਾਸੇ। ਤੇ ਸ਼ਰਧਾ ਜਿਹੜੀ ਹੈ, ਇਹ ਵੀ ਨਹੀਂ ਵੀ ਜਿਹੜਾ ਵੇਖਿਆ ਉਹਦੇ ਚਰਨਾਂ ਤੇ ਧੜਮ ਕਰਕੇ ਡਿੱਗ ਪਏ। ਬਾਬੇ ਮੱਖਣ ਸ਼ਾਹ ਨੇ ਵਿਵੇਕ ਵਰਤਿਆ ਨਾ। ਅਸੀਂ ਕਈ ਵਾਰੀ 2-4 ਨਕਲੀ ਵੇਖ ਕੇ ਅਸੀਂ ਆਣੇ ਸਾਰਾ ਕੁਝ ਹੀ ਇਵੇਂ ਦਾ ਹੋ ਗਿਆ, ਪਰ ਜੇ ਉਹ ਕਹਿੰਦਾ ਵੀ 22 ਇਹੋ ਜਿਹੇ, ਇਹਦਾ ਮਤਲਬ ਫਿਰ ਜੇ ਉਹ ਹਾਰ ਜਾਂਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਨਹੀਂ ਸੀ ਪਹੁੰਚ ਸਕਦਾ। ਉਹਨੇ ਸਿਦਕ ਨਹੀਂ ਹਾਰਿਆ, ਉਹਨੇ ਆਖਿਆ ਇਹ ਠੀਕ ਹੈ ਪਖੰਡ ਵੱਧ ਗਿਆ, ਲੇਕਿਨ ਸੱਚ ਵੀ ਹੈ। ਸੱਚੇ ਦਾ ਮਤਲਬ ਥੋੜੀ ਪਖੰਡ ਵੱਧ ਗਿਆ ਤੇ ਸੱਚ ਹੈ ਹੀ ਨਹੀਂ, ਮੁਨੱਕਰ ਹੋ ਜਾਈਏ। ਇਸੇ ਕਰਕੇ ਉਹ ਕਹਿੰਦੇ ਵੀ ਸ਼ਰਧਾ ਜਿਹੜੀ ਹੈ ਉਹ ਅੰਨੀ ਹੈ, ਕਈ ਵਾਰ ਉਹਦਾ ਕੋਈ ਗਲਤ ਫਾਇਦਾ ਉਠਾ ਜਾਂਦਾ ਹੈ। ਗਿਆਨ ਜਿਹੜਾ ਹੈ ਉਹਦੀਆਂ ਅੱਖਾਂ ਹੋਵਣ, ਸ਼ਰਧਾ ਦੀਆਂ ਲੱਤਾਂ ਭਾਵ ਸ਼ਰਧਾ ਤੋਂ ਬਗੈਰ ਪਾਇਆ ਨਹੀਂ ਜੇ ਜਾ ਸਕਦਾ। ਅਜੇ ਭਾਵਨਾ ਵਾਲਾ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ, ਲੇਕਿਨ ਕੇਵਲ ਗਿਆਨ ਤੱਕ ਦੀ ਕਹਾਣੀ ਰੱਖਣ ਵਾਲਾ ਉਹ ਉੱਥੇ ਖਲੋਤਾ ਰਹਿ ਜਾਂਦਾ ਹੈ। ਸਿਰ ਦਾ ਭਾਰ ਬਣ ਜਾਂਦਾ, ਮਾਲਕ ਦੀ ਯਾਦ ਨਾ ਹੋਵੇ, ਇਬਾਦਤ ਨਾ ਹੋਵੇ। ਤਾਂ ਮਹਾਰਾਜ ਕਹਿੰਦੇ ਆ ਵੀ ਨਾ ਤਾਂ ਉਹਦੀ ਪ੍ਰਾਪਤੀ ਜਿਹੜੀ ਹੈ ਉਹ ਕੇਸ ਮੁੰਡਾ ਕੇ ਹੈ, ਨਾ ਜਟਾਵਾਂ ਬਣਾ ਕੇ, ਨਾ ਸੱਤ ਪੜ੍ਹਿਆ ਦੇਸ਼ ਫਿਰੈ, ਤੇ ਬਹੁਤਾ ਗਿਆਨ ਜਿਹੜਾ ਹੈ ਪੜ੍ਹ ਪੜ੍ਹਾ ਕੇ ਬਹੁਤ ਕੁਝ ਪੜ੍ਹਿਆ ਜੀ। ਅਸੀਂ ਇੰਨੀਆਂ ਕਿਤਾਬਾਂ ਪੜ੍ਹ ਛੱਡੀਆਂ ਜੀ। ਅਸੀਂ ਪੜ੍ਹਨਾ ਚੰਗੀ ਗੱਲ ਹੈ, ਪਰ ਉਹਨੂੰ ਅਮਲ ਵਿੱਚ ਲਿਆਉਣਾ ਮਹਾਰਾਜ ਨੇ ਤਾਂ ਹੀ ਬਚਨ ਵਰਤਿਆ। ਸਾਹਿਬ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਉਤਮ ਬਾਣੀ, ਪਰ ਕਹਿੰਦੇ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੇ,
ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ। ਜਿਨੇ ਮੰਨ ਲਿਆ, ਕੇਵਲ ਪੜਨ ਨਾਲ ਨਹੀਂ ਹੈ ਕਹਾਣੀ ਆਉਣੀ। ਤਾਂ ਮਹਾਰਾਜ ਕਹਿੰਦੇ ਨਾ ਫਿਰ ਦੇਸ਼ਾਂ ਦਾ ਰਟਨ ਕਰਕੇ ਵੀ ਹਰ ਟਾਈਮ ਪਾਉਂਦੇ ਰਹੀਏ, ਫਿਰ ਉਹ ਕਰਕੇ ਗਿਆਨ ਤੇ ਫਲਾਣੇ ਨੂੰ ਜਿੱਤਣਾ ਕੁਝ ਕਰਨਾ ਹੈ, ਕਹਿੰਦੇ ਇਹਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ। ਨਾ ਸਤ ਰੁਖੀ ਬਿਰਖੀ ਪੱਥਰ, ਆਪ ਤਛਾਵਹਿ ਦੁਖ ਸਹੇ। ਕਹਿੰਦੇ ਨਾ ਸਤ ਦੀ ਪ੍ਰਾਪਤੀ, ਰੁੱਖ ਜਿਹੜੇ ਨੇ ਉਹ ਆਪ ਜੀ ਵੇਖੋ ਕਿਵੇਂ ਉਹਨਾਂ ਨੂੰ ਕੱਟਿਆ ਜਾਂਦਾ, ਫਿਰ ਰੰਦਿਆ ਜਾਂਦਾ, ਛਿੱਲਿਆ ਜਾਂਦਾ ਜਦੋਂ ਉਹਨਾਂ ਤੋਂ ਕੋਈ ਚੀਜ਼ ਬਣਾਉਣੀ ਹੈ, ਕਿੰਨਾ ਦੁੱਖ ਸਹਿੰਦੇ ਆ ਉਹ। ਪੱਥਰ ਜਿਹੜਾ ਉਹਨੂੰ ਤਰਾਸ਼ਿਆ ਜਾਂਦਾ, ਉਹਦੇ ਤੇ ਛੈਣੀ ਚੱਲਦੀ, ਹਥੌੜਾ ਚੱਲਦਾ, ਮਸ਼ੀਨਾਂ ਚੱਲਦੀਆਂ, ਕਹਿੰਦੇ ਕਿੰਨਾ ਦੁੱਖ ਸਹਿੰਦੇ ਆ। ਜੇ ਸਰੀਰ ਨੂੰ ਤੂੰ ਆਖੇ ਮੈਂ ਦੁੱਖ ਦੇ ਕੇ, ਪੀੜਾ ਦੇ ਕੇ, ਆਪਣੇ ਤਨ ਨੂੰ ਇਸ ਤਰ੍ਹਾਂ ਸੁਕਾ ਕੇ, ਐਸਾ ਕੁਝ ਕਰਕੇ, ਮਹਾਰਾਜ ਕਹਿੰਦੇ ਸਰੀਰ ਤਾਂ ਇੱਕ ਸਾਧਨ ਹੈ। ਤੇ ਜਿਵੇਂ ਤੁਸੀਂ ਪਹਿਲਾਂ ਘੋੜੀਆਂ ਹੁੰਦੀਆਂ ਸੀ, ਮਹਾਰਾਜ ਨੇ ਘੋੜੀ ਦੀ ਉਦਾਹਰਨ ਦਿੱਤੀ ਹੈ, ਹੁਣ ਤੁਹਾਡੇ ਕੋਲੇ ਗੱਡੀਆਂ ਨੇ। ਤੇ ਬੰਦਾ ਜਿੱਥੇ ਆਪ ਨਹਾਉਂਦਾ ਧੋਂਦਾ, ਸਵੇਰੇ ਉੱਠ ਕੇ ਸਰੀਰ ਦਾ ਖਿਆਲ ਰੱਖਦਾ, ਤਿਆਰ ਹੁੰਦਾ, ਬ੍ਰੇਕਫਾਸਟ ਕਰਦਾ, ਸਭ ਕੁਝ, ਉੱਥੇ ਜਿਹੜੇ ਸਾਧਨ ਤੇ ਚੜ੍ਹ ਕੇ ਕਿਤੇ ਜਾਣਾ, ਉਹਦਾ ਵੀ ਤਾਂ ਆਪਾਂ ਤੇਲ ਪਾਣੀ ਵੇਹਣੇ ਆ ਨਾ। ਟਾਇਰਾਂ 'ਚ ਹਵਾ ਦੇਖਦੇ ਆ ਵੀ ਹਵਾ ਵਗੈਰਾ ਠੀਕ ਹੈ, ਤੇਲ ਹੈ। ਇਹ ਨਹੀਂ ਆ ਵੀ ਬੰਦਾ ਆਪ ਐ ਲਿੰਬ ਪੋਚ ਕੇ ਬਹਿ ਜੇ, ਨਾ ਤੇਲ ਵੇਖੇ ਨਾ ਵੇਖੇ, ਤੇ ਕਿਵੇਂ ਪਹੁੰਚ ਜਾਊ। ਜਿੰਨਾ ਮਰਜ਼ੀ ਤਿਆਰ ਹੋਇਆ ਰਸਤੇ 'ਚ ਖਲੋਤਾ ਰਹੇਗਾ। ਆਪਣਾ ਵੀ ਖਿਆਲ ਰੱਖਣਾ ਪੈਂਦਾ ਹੈ। ਜਿਹੜੇ ਸਾਧਨ ਤੇ ਕਿਤੇ ਪਹੁੰਚਣਾ, ਉਹ ਸਾਧਨ ਦੀ ਵੀ ਸੰਭਾਲ ਕਰਨੀ ਪੈਂਦੀ ਹੈ। ਮਹਾਰਾਜ ਕਹਿੰਦੇ ਸਰੀਰ ਇੱਕ ਸਾਧਨ ਹੈ, ਪਰ ਕਈ ਵਾਰੀ ਇਹ ਹੁੰਦਾ ਵੀ ਬਹੁਤੇ ਲੋਕ ਨਾ ਆਪਣੀ ਕਹਾਣੀ ਨਹੀਂ ਵੇਖਦੇ। ਮੰਗਵਾ ਸਾਧਨ ਲਿਆਂਦਾ ਨਾ ਕਿਸੇ ਦਾ, ਆਂਦਾ ਦਹੀਂ 4 ਘੰਟਿਆਂ ਦਾ ਲੈ ਜਾ, 4 ਘੰਟਿਆਂ ਬਾਅਦ ਮੈਂ ਲੈ ਜਾਣਾ ਹੀ। ਲਿਆ ਘਰੇ ਖਿਲਾਰਿਆਂ ਦਾ ਜੀ, ਪਹਿਲਾਂ ਇਹਨੂੰ ਚੰਗੀ ਤਰ੍ਹਾਂ ਟਾਕੀ ਟੂਕੀ ਮਾਰੋ, ਸਾਫ਼ ਕਰੋ। ਜਿਉਂ ਲੱਗਾ ਧੋਣ, ਉਹਨੂੰ ਲੱਗਾ ਰਿਹਾ। ਤੇ ਜਦੋਂ ਕਰ ਕਰਾ ਕੇ ਹਟਿਆ ਨਾ, ਵਿਹਲਾ ਜਿਹਾ, ਤੇ 4 ਘੰਟੇ ਲੰਘ ਗਏ। ਤਿਆਰ ਹੀ ਹੋਣ ਲੱਗਾ ਸੀ, ਜਿਹਦਾ ਸਾਧਨ ਸੀ ਉਹ ਦਰਵਾਜ਼ੇ ਤੇ ਆ ਖਲੋਤਾ। ਉਹ ਆਂਦਾ ਜੀ ਦੇ ਦਿਓ, ਮੈਂ ਜਾਣਾ। ਆਂਦਾ ਭਰਾ ਮੈਂ ਤੈਨੂੰ ਲਿੰਬ ਦਾ ਪੋਚਦਾ ਹੀ ਰਹਿ ਗਿਆ, ਮੈਂ ਤਾਂ ਗਿਆ ਹੀ ਕਿਤੇ ਨਹੀਂ। ਆਂਦਾ ਜੀ ਇਹ ਗਲਤੀ ਮੇਰੀ ਨਹੀਂ ਆ, ਇਹ ਗਲਤੀ ਤੇਰੀ ਹੈ। ਮੈਂ ਤਾਂ ਤੈਨੂੰ ਦਿੱਤਾ ਸੀ, 4 ਘੰਟੇ ਤੂੰ ਮੰਗਿਆ, ਮੈਂ ਦੇ ਦਿੱਤਾ। ਤੇ ਖਿਮਾ ਕਰਿਓ, ਆ ਸਾਨੂੰ ਵੀ ਸਰੀਰ ਮਾਲਕ ਨੇ ਦਿੱਤਾ ਸੀ, ਕਿਤੇ ਜਾਣਾ ਸੀ ਇਹਦੇ ਨਾਲ, ਲਿਆ ਤਾਂ ਮੰਗਵਾ ਹੀ ਹੈ ਨਾ, ਕੀਮਤ ਥੋੜੀ ਤਾਰੀ ਹੈ। ਪਰ ਜ਼ਿੰਦਗੀ ਪੂਰੀ ਦੀ ਪੂਰੀ ਇਹਨੂੰ ਲਿੰਬਦਿਆਂ ਪੋਚਦਿਆਂ ਲੰਘ ਗਈ। ਇਧਰੋਂ ਲਾਲਗੀ ਲਾ ਲਓ, ਇਧਰੋਂ ਧੋ ਲਓ, ਆ ਕਰ ਲਓ। ਇਹਨੂੰ ਇੰਨਾ ਕੁ ਸਾਫ਼ ਕਰਨ ਵਿੱਚ ਲੱਗੇ ਰਹੇ ਕਿ ਇਹਦੇ ਨਾਲ ਜਿਹੜਾ ਕਾਰਜ ਕਰਨਾ ਸੀ ਉਹ ਭੁੱਲ ਹੀ ਗਿਆ। ਤੇ ਜਿਨ੍ਹਾਂ ਨੇ ਜਿਸ ਮਾਲਕ ਨੇ ਦਿੱਤਾ ਸੀ, ਅਗਲੇ ਦਰਵਾਜ਼ੇ ਤੇ ਖਲੋਤੇ, ਚੱਲ ਭਾਈ ਲੱਗ ਅੱਗੇ ਤੇ ਤੁਰ। ਆਂਦਾ ਜੀ ਪਤਾ ਹੀ ਨਹੀਂ ਲੱਗਾ 60 ਸਾਲ ਕਦੋਂ ਲੰਘ ਗਏ। ਸਾਹਿਬ ਕਹਿੰਦੇ ਤੂੰ ਇਹਨੂੰ ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਇਹਨੇ ਸੜ ਜਾਣਾ। ਇਸੇ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਹੈ ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਛਾਵੈ ਦੁੱਖ ਸਹਿ। ਕਿੰਨੇ ਦੁੱਖ ਸਹਿੰਦੇ ਨੇ ਉਹ। ਜੇ ਕਿਤੇ ਪੀੜਾ ਸਹਿ ਕੇ ਰੱਬ ਮਿਲਦਾ ਤਾਂ ਕਹਿੰਦੇ ਇਹਨਾਂ ਨੂੰ ਮਿਲ ਜਾਣਾ ਚਾਹੀਦਾ ਸੀ। ਨਾ ਸਤ ਹਸਤੀ ਬੱਧੀ ਸੰਗਲ, ਨਾ ਸਤ ਗਾਈ ਕਾਹੋ ਚਰਹੇ। ਫਿਰ ਕਿਤੇ ਹਾਥੀ ਜਿਹੜੇ ਉਹ ਸੰਗਲਾਂ ਨਾਲ ਬੰਨੇ ਜਾਂਦੇ, ਕਈ ਆਪਣੇ ਸਰੀਰਾਂ ਨੂੰ ਸੰਗਲ ਬੰਨ੍ਹਦੇ, ਜੂੜਦੇ, ਇਸ ਤਰ੍ਹਾਂ ਕਰਦੇ, ਆਪਣੇ ਆਪ ਨੂੰ ਦੁੱਖ ਦਿੰਦੇ, ਬੰਧਨ ਚ ਪਾਉਂਦੇ। ਤੇ ਕਹਿੰਦੇ ਕੋਈ ਗਾਂ ਜਿਹੜੀ ਹੈ ਉਹ ਘਾਹ ਖਾਂਦੀ ਹੈ, ਕੋਈ ਕਹਿੰਦਾ ਮੈਂ ਰੋਟੀ ਨਹੀਂ ਖਾਂਦਾ, ਅਸੀਂ ਰੋਟੀ ਛੱਡੀ ਜੀ, ਅਸੀਂ ਫਲ ਫਰੂਟ ਹੀ ਖਾਂਦੇ ਹਾਂ, ਅਸੀਂ ਆਹ ਕੁਝ ਕਰਦੇ। ਮਹਾਰਾਜ ਨੇ ਬਾਣੀ 'ਚ ਪਤਾ ਕੀ ਲਿਖਿਆ? ਸਾਹਿਬ ਕਹਿੰਦੇ ਆ ਜਗ ਮੈਂ ਬਖਤੇ ਦੁੱਧਾ ਧਾਰੀ, ਗੁਪਤੀ ਖਾਵੇਂ ਵਟਕਾ ਸਾਰੀ। ਵੇਖੋ ਸਰੀਰ ਨੂੰ ਜਿਹੜੀ ਚੀਜ਼ ਫਿੱਟ ਨਹੀਂ ਬਹਿੰਦੀ, ਫਿਜ਼ੀਕਲ ਤੌਰ ਤੇ ਨਹੀਂ ਖਾ ਰਹੇ, ਫਿਜ਼ੀਕਲ ਸਾਡੇ ਸਰੀਰਕ ਤੌਰ ਤੇ ਠੀਕ ਹੈ। ਕਹਿੰਦੇ ਜੀ ਆਹ ਚੀਜ਼ ਨਹੀਂ ਖਾਂਦਾ, ਆਹ ਚੀਜ਼ ਨਹੀਂ ਖਾਂਦਾ, ਬੜਾ ਹੈ। ਕਹਿੰਦਾ ਭਰਾਵਾ ਇਹਨੂੰ ਕਹੇ ਮੇਰੀ ਇੰਨੀ ਜਗ੍ਹਾ ਦੱਬੀ ਖਲੋਤਾ, ਇਹ ਤੋਂ ਛਡਾ ਦਿਓ ਕਿਤੇ ਮੇਰੀ। ਮਤਲਬ ਦੂਸਰਿਆਂ ਦਾ ਹੱਕ ਮਾਰਦਾ ਆ, ਪਰ ਚੀਜ਼ਾਂ ਦੀ ਮੈਂ ਤਾਂ ਕੇਵਲ ਦੁੱਧ ਸ਼ਬਦ ਤਾਂ ਵਰਤਿਆ ਵੀ ਕੇਵਲ ਵਿਖਾਵਾ ਜਿਹੜਾ ਹੈ ਉਹ ਦੁੱਧ ਵਰਗਾ ਚਿੱਟਾ, ਲੇਕਿਨ ਕਰਮ ਬੜੇ ਕਾਲੇ। ਇਸੇ ਕਰਕੇ ਵੀ ਮੈਂ ਚਾਹ ਨਹੀਂ ਪੀਂਦਾ। ਵੇਖੋ ਜਿਹਨੂੰ ਨਹੀਂ ਸਰੀਰ ਸਿੱਟ ਨਹੀਂ ਬਹਿੰਦਾ ਨਾ ਪੀਵੇ, ਲੇਕਿਨ ਆਖੇ ਵੀ ਪੀਣ ਵਾਲਾ ਨਹੀਂ। ਗੱਲ ਇਹ ਹੈ ਕਿ ਤੇਰੇ ਕਰਮ ਕਿਵੇਂ ਦੇ ਆ। ਤਾਂ ਕਰਕੇ ਇੱਥੇ ਮਹਾਰਾਜ ਨੇ ਜਿਹੜੇ ਬਚਨ ਆਖੇ, ਕਹਿੰਦੇ ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਉ ਚਰੈ। ਕਹਿੰਦੇ ਗਾਂ ਤਾਂ ਫਿਰ ਹਰ ਵਕਤ ਹੀ ਘਾਹ ਫੂਸ ਖਾਂਦੀ ਹੈ। ਜੇ ਕਿਤੇ ਰੋਟੀ ਛੱਡ ਕੇ ਕੰਦ ਮੂਲ ਖਾ ਕੇ, ਬਾਬੇ ਕਬੀਰ ਜੀ ਦਾ ਬਚਨ ਹੈ, ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ। ਪਰ ਕਹਿੰਦੇ ਛੱਡਣਾ ਕੀ ਸੀ? ਅਜੋ ਬਿਕਾਰ ਨਾ ਛੋੜਈ ਪਾਪੀ ਮਨ ਮੰਦਾ। ਉਹ ਛੱਡਣਾ ਸੀ।
ਉਹ ਕਹਿੰਦੇ ਮਨ ਨਹੀਂ ਪਿਆ ਛੱਡਦਾ। ਜਿਸ ਹੱਥ ਸਿੱਧ ਦੇਵੈ ਜੀ ਸੋਈ, ਜਿਸਨੂੰ ਦੇ ਤਿਸ ਆਏ ਮਿਲੈ। ਕਹਿੰਦੇ ਇਹ ਸਿੱਧ, ਇਹ ਦਾਤ ਜਿਸ ਮਾਲਕ ਦੇ ਹੱਥ ਵਿੱਚ ਹੈ, ਇਹ ਜਿਹਨੂੰ ਉਹ ਆਪ ਦੇਵੇ ਉਸੇ ਨੂੰ ਮਿਲਦੀ ਹੈ। ਕੱਲਾ ਮਨੁੱਖ ਇਹ ਆਖੇ ਨਾ ਮੈਂ ਕਮਾਈ ਕਰਕੇ ਲੈ ਲਵਾਂ, ਇੱਥੇ ਇਹ ਵੀ ਕਹਾਣੀ ਨਹੀਂ ਜੇ ਬਣਦੀ। ਉਹਦੀ ਬਖਸ਼ਿਸ਼, ਉਹਦੀ ਮੇਰਾਮਤ। ਤਾਂ ਕਰਕੇ ਮਹਾਰਾਜ ਨੇ ਆਖਿਆ, ਸੱਚੇ ਪਾਤਸ਼ਾਹ ਨੇ ਕਹਿੰਦੇ ਇੱਕ ਜਾਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਵਾਰੀ ਬੰਦਾ ਸੋਚਦਾ ਮੇਰੀ ਤਾਂ ਬਹੁਤ ਐਸੀ ਮਿਹਨਤ ਆ, ਕੁਝ ਮੈਨੂੰ ਤਾਂ ਮਿਲਣਾ ਹੀ ਮਿਲਣਾ, ਪਰ ਨਹੀਂ, ਮਹਾਰਾਜ ਕਹਿੰਦੇ ਤਾਂ ਉਹਦੀ ਦਾਤ ਹੈ। ਕਹਿੰਦੇ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ। ਜੋ ਮਿਲੇ ਤਾਂ ਉਹਦੀ ਤਰੁੱਠਤਾ ਚੋਂ ਪ੍ਰਾਪਤ ਹੁੰਦੀ ਹੈ, ਉਹਦੀ ਬਖਸ਼ਿਸ਼ ਚੋਂ ਮਿਲਦੀ। ਕਹਿੰਦੇ ਜਿਹਨੂੰ ਦੇਵੇ ਉਹੀ ਲੈ ਸਕਦਾ ਹੈ। ਨਾਨਕ ਤਾਕੂ ਮਿਲੈ ਵਡਾਈ, ਜਿਸ ਘਟ ਭੀਤਰ ਸ਼ਬਦ ਰਵੈ। ਜਿਸ ਹਿਰਦੇ ਵਿੱਚ ਉਸ ਪਰਮੇਸ਼ਰ ਦਾ ਸ਼ਬਦ ਟਿਕਦਾ, ਜੋ ਉਸ ਸ਼ਬਦ ਨੂੰ ਆਰਾਧਦਾ, ਕਹਿੰਦੇ ਇਹ ਵਡਿਆਈ ਉਸ ਮਾਲਕ ਦੇ ਨਾਮ ਦੀ, ਇਹ ਦਾਤ ਤੇ ਸਿੱਧ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਭ ਘਟ ਮੇਰੇ ਹੋ ਸਭਨਾ ਅੰਦਰ, ਜਿਸ ਹੀ ਖੁਆਈ ਤਿਸ ਕੌਣ ਕਹੈ। ਕਹਿੰਦੇ ਸਭ ਘਟ ਮੇਰੇ, ਮਹਾਰਾਜ ਕਹਿੰਦੇ ਆ ਜਿਤਨੇ ਹਿਰਦੇ ਨੇ, ਸਰੀਰ ਨੇ, ਸਾਡੇ ਤੁਹਾਡੇ ਸਾਰੇ ਪਰਮੇਸ਼ਰ ਦੇ ਨੇ ਸਰਗੁਣ ਸਰੂਪ ਵਿੱਚ, ਤੇ ਇਹਨਾਂ ਸਾਰਿਆਂ ਵਿੱਚ ਉਹ ਮਾਲਕ ਆਪ ਬੈਠਾ ਹੈ। ਉਹਦੇ ਤੋਂ ਛੁੱਟ ਕੋਈ ਦੂਸਰਾ ਨਹੀਂ ਹੈ। ਕਹਿੰਦੇ ਜਿਸੈ ਖੁਆਈ ਤਿਸ ਕੌਣ ਕਹੈ। ਤੇ ਖੁਆਈ ਭਾਵ ਕਿ ਜਿਹਨੂੰ ਮੈਂ ਭਾਵ ਜੀ ਦੀ ਮੱਤ ਭੁਲਾ ਦਿਆਂ। ਮਹਾਰਾਜ ਬਚਨ ਵਰਤੇ, ਜਿਸ ਨੂੰ ਆਪ ਖੁਆਏ ਕਰਤਾ, ਖੁਸ ਲਏ ਚੰਗਿਆਈ। ਰੱਬ ਡਾਂਗ ਨਹੀਂ ਮਾਰਦਾ, ਮੱਤ ਮਾਰ ਦਿੰਦਾ। ਔਰ ਚੰਗੇ ਭਲੇ ਲੋਕ ਜਿਹੜੇ ਨੇ ਤੁਸੀਂ ਵੇਖਦੇ ਹੋ, ਇਹੋ ਜਿਹੇ ਕਰਮ ਕਰਦੇ ਆ, ਫਿਰ ਬੰਦਾ ਆਂਦਾ ਜੀ ਇਹ ਕਿਵੇਂ ਹੋ ਗਿਆ। ਕਹਿੰਦੇ ਜਿਹਨੂੰ ਉਹ ਖੁਆਈ, ਕਹਿੰਦੇ ਫਿਰ ਉਹ ਭਾਈ ਕਿਵੇਂ ਤੁਰ ਸਕਦਾ ਹੈ। ਜਿਸ ਹੀ ਦਿਖਾਲਾ ਵਾਟੜੀ, ਤਿਸ ਹੀ ਪੁਲਾਵੇ ਕੌਣ। ਫਿਰ ਮਹਾਰਾਜ ਕਹਿੰਦੇ ਜਿਹਨੂੰ ਮੈਂ ਵਾਟ ਸਿੱਧਾ ਰਸਤਾ ਵਿਖਾਵਾਂ, ਉਹਨੂੰ ਕੋਈ ਦੁਨੀਆ ਦੀ ਤਾਕਤ ਨਹੀਂ ਹੈ ਜਿਹੜੀ ਭੁਲਾ ਦੇਵੇ, ਉਹਨੂੰ ਕੋਈ ਗਲਤ ਮਾਰਗ ਤੇ ਪਾ ਦੇਵੇ। ਜਿਹਨੂੰ ਕਹਿੰਦੇ ਮੈਂ ਰਸਤਾ ਵਿਖਾਵਾਂ, ਉਹਨੂੰ ਕੋਈ ਦੁਨੀਆ ਦੀ ਤਾਕਤ ਗਲਤ ਰਸਤੇ ਤੇ ਨਹੀਂ ਤੋਰ ਸਕਦੀ। ਜਿਸੇ ਭੁਲਾਈ ਪੰਧ ਸਿਰ, ਤਿਸੇ ਦਿਖਾਵੇ ਕੌਣ। ਤੇ ਜਿਹਨੂੰ ਕਹਿੰਦੇ ਮੈਂ ਪੰਧ ਸਿਰੇ ਤੋਂ ਭੁਲਾ ਦੇਵਾਂ, ਉਹਨੂੰ ਕੋਈ ਦਿਖਾ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ 2 ਵਾਰਾਂ, ਇੱਕ ਇੱਕ ਪੰਕਤੀ ਆਪਾਂ ਪੜਾਂਗੇ ਉਹਨਾਂ ਦੀ। ਇੱਕ ਵਿੱਚ ਉਹ ਬਚਨ ਵਰਤਦੇ ਆ, ਕਹਿੰਦੇ ਜੇ ਗੁਰ ਸਾਂਗ ਵਰਤਦਾ, ਸਿੱਖ ਸਿਦਕ ਨਾ ਹਾਰੇ। ਤੇ ਦੂਸਰਾ ਉਹਨਾਂ ਨੇ ਬਚਨ ਜਿਹੜਾ ਵਰਤਿਆ ਨਾ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਆ ਬਚਨ ਕਈ ਵਾਰੀ ਇਹ ਸਤਿਗੁਰਾਂ ਨੇ ਨਾ, ਉਹ ਤਾਂ ਮਾਲਕ ਦਾ ਰੂਪ ਹੋ ਗਏ, ਪਰ ਸਤਿਗੁਰਾਂ ਨੇ ਉਹਨਾਂ ਤੇ ਐਕਸਪੈਰੀਮੈਂਟ ਕਰਕੇ ਸਾਨੂੰ ਸਮਝਾਇਆ। ਕਹਿੰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਆ ਬਚਨ, ਫਿਰ ਉਹਨਾਂ ਨੂੰ ਜਦੋਂ ਇਹ ਦਾਤ, ਕਿਉਂਕਿ ਲਮੇਰੀ ਸਾਖੀ ਹੈ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਘੋੜਿਆਂ ਵਾਸਤੇ ਜਦੋਂ ਆਖਿਆ ਨਾ, ਤੇ ਗਏ ਤੇ ਠੀਕਰਾਂ ਜਿਹੜੀਆਂ ਸਾਨੂੰ ਵੇਖ ਕੇ ਇਸ ਗੱਲ ਤੋਂ ਘਬਰਾਏ ਵੇ ਤੇ ਮਾਰੇ ਜਾਂ ਚਲੇ ਜਾਵਾਂਗੇ, ਪਰਤ ਕੇ ਵਾਪਸ ਆਏ। ਤੇ ਫਿਰ ਉਹਨਾਂ ਨੇ ਇੱਕ ਬਚਨ ਵਰਤਿਆ, ਕਹਿੰਦੇ ਜੇ ਗੁਰ ਪਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਣਾਇਆ ਨਾ ਵੇਸ, ਜਦੋਂ ਸਤਿਗੁਰੂ ਪਾਤਸ਼ਾਹ ਨੇ ਹੱਥ ਵਿੱਚ ਡੰਡਾ ਲੈ ਲਿਆ, ਕੁੱਤੇ ਰੱਖ ਲਏ ਪਕੜੇ, ਤੇ ਜਦੋਂ ਮਗਰ ਸਾਰੇ ਤੁਰੇ, ਕੋ ਡੰਡੇ ਤੋਂ ਡਰਦਾ, ਕੋ ਪੈਸੇ ਵੇਖ ਕੇ। ਇੱਕੋ ਬਾਬਾ ਲੈਣਾ ਸੀ, ਜਿਹੜੇ ਮੁੜੇ ਨਹੀਂ। ਲੈਣਿਆ ਤੂੰ ਕਿਉਂ ਨਹੀਂ ਗਿਆ ਵਾਪਸ? ਆਂਦੇ ਜੀ ਜਿਨ੍ਹਾਂ ਦੇ ਘਰ ਸਾਨੂੰ ਪਰਤ ਗਏ, ਮੇਰਾ ਤਾਂ ਤੇਰੇ ਤੋਂ ਬਗੈਰ ਕੋਈ ਦੂਸਰਾ ਹੈ ਹੀ ਨਹੀਂ। ਔਰ ਜਿੱਦਣੇ ਭਾਵਨਾ ਮਹਾਰਾਜ ਕਹਿੰਦੇ ਜੇ ਤੇਰਾ ਮੇਰੇ ਤੋਂ ਬਿਨਾ ਨਹੀਂ, ਤੇ ਮੇਰਾ ਤੇਰੇ ਤੋਂ ਬਗੈਰ ਦੂਜਾ ਕੋਈ ਨਹੀਂ। ਸਾਹਿਬ ਕਹਿੰਦੇ ਜਿਹਨੂੰ ਉਹ ਦਿਖਾਵੇ ਉਹ ਭੁੱਲ ਨਹੀਂ ਸਕਦਾ, ਤੇ ਜਿਹਨੂੰ ਉਹ ਭੁਲਾਵੇ ਉਹ ਸਹੀ ਨਹੀਂ ਰਹਿ ਸਕਦਾ। ਨਾ ਜਾਣਾ ਮੂਰਖ ਹੈ ਕੋਈ, ਨਾ ਜਾਣਾ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਕਹਿੰਦੇ ਫਿਰ ਉਹ ਰਸਤਾ ਕਿਵੇਂ ਵੇਖੇ। ਮਹੱਲਾ ਪਹਿਲਾ, ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਜਮ ਭੀਖਿਆ ਕਰੈ। ਦੂਸਰਾ ਸ਼ਲੋਕ ਇਸ ਪੌੜੀ ਨਾਲ ਮਹਾਰਾਜ ਕਹਿੰਦੇ ਸੋ ਗਿਰਹੀ ਭਾਵ ਕੇ ਗ੍ਰਸਤੀ, ਜੋ ਨਿਗ੍ਰਹਿ ਕਰੈ ਭਾਵ ਘਰ ਵਿੱਚ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਉਹ ਆਪਣੇ ਇੰਦਰੀਆਂ ਨੂੰ ਸੰਜਮ ਵਿੱਚ ਲਿਆਵੇ, ਸੰਤੋਖ ਵਿੱਚ ਆਵੇ। ਜਪ ਤਪ ਸੰਜਮ ਭੀਖਿਆ ਕਰੈ,
ਤੇ ਜਪ ਤਪ ਨੂੰ ਦਰ ਦਰ ਤੇ ਮੰਗਣ ਵਾਲਾ ਕੰਮ ਨਹੀਂ। ਕਹਿੰਦੇ ਉਹ ਜਪ ਤਪ ਨੂੰ ਭਿਖਿਆ ਬਣਾਵੇ, ਕਿਉਂਕਿ ਗੁਰੂ ਘਰ ਵਿੱਚ ਦਾਤ ਦਿੱਤੀ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਦਰ ਦਰ ਤੇ ਮੰਗਣ ਵਾਲੇ ਨੂੰ ਪ੍ਰਵਾਨ ਨਹੀਂ ਕੀਤਾ। ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਔਰ ਉਹ ਆਪਣੀ ਕਮਾਈ ਦੇ ਵਿੱਚੋਂ ਤਾਂ ਦਸਵੰਧ ਦੀ ਮਹਾਰਾਜ ਨੇ ਸਿੱਖ ਨੂੰ ਦਾਤ ਦਿੱਤੀ। ਕਹਿੰਦੇ ਇਹ ਜਦੋਂ ਪੁੰਨ ਦਾਨ ਕਾ ਕਰੇ ਸਰੀਰ, ਉਹ ਆਏ ਗਏ ਅਭਿਆਗਤ ਦੀ ਸੇਵਾ ਕਰਦਾ ਹੈ, ਆਪਣੀ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਉਹ ਧਰਮ ਅਰਥ ਜਿਹੜਾ ਹੈ ਉਹ ਧਨ ਕੱਢ ਕੇ ਪਦਾਰਥ ਜਿਹੜਾ ਵਰਤਦਾ ਕਿਸੇ ਲੋੜਵੰਦ ਦੀ, ਕਿਸੇ ਦੀ ਦਵਾਈ, ਕਿਸੇ ਦੇ ਜਿਹੜਾ ਕਿਸੇ ਦਾ ਤਨ ਢੱਕਦਾ, ਕਿਸੇ ਨੂੰ ਪ੍ਰਸ਼ਾਦਾ ਦਿੰਦਾ ਹੈ, ਕਹਿੰਦੇ ਉਹ ਗੰਗਾ ਕਾ ਨੀਰ ਭਾਵ ਕੇ ਏਡਾ ਨਿਰਮਲ ਹੋ ਜਾਂਦਾ ਹੈ। ਬੋਲੇ ਈਸਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਇੱਥੇ ਫਿਰ ਕਹਿੰਦੇ ਜੋਗੀ ਆਖਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਭਾਈ ਉਹ ਪਰਮੇਸ਼ਰ ਅਕਾਲ ਪੁਰਖ ਜਿਹਦਾ ਕੋਈ ਰੂਪ ਰੇਖ ਨਹੀਂ। ਜੋਗੀ ਕਹਿੰਦਾ ਅੱਛਾ ਉਹਦਾ ਕੋਈ ਰੂਪ ਰੇਖ ਨਹੀਂ ਹੈ, ਅਸੀਂ ਤਾਂ ਉਹਨੂੰ ਕਿਸੇ ਰੂਪ ਦੇ ਵਿੱਚ ਭਾਵ ਕੇ ਸਰੀਰ ਵਿੱਚ ਥਾਪ ਕੇ ਬੈਠੇ ਹਾਂ। ਪਰਮ ਤੰਤ ਮਹਿ ਰੇਖ ਨਾ ਰੂਪ। ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਿਹੜਾ ਸਭ ਤੋਂ ਪਰਮ ਹੈ, ਸਭ ਤੋਂ ਸ੍ਰੇਸ਼ਟ ਹੈ, ਕਹਿੰਦੇ ਉਹ ਕਿਸੇ ਰੂਪ ਰੇਖ ਵਿੱਚ ਨਹੀਂ, ਉਹ ਤਾਂ ਰੂਪ ਰੇਖ ਤੋਂ ਨਿਆਰਾ, ਉਹਦਾ ਕੋਈ ਰੰਗ ਨਹੀਂ, ਉਹਦਾ ਕੋਈ ਚਿੰਨ੍ਹ ਚੱਕਰ ਨਹੀਂ, ਕਹਿੰਦੇ ਉਹ ਤਾਂ ਇਹਨਾਂ ਸਭਨਾਂ ਤੋਂ ਨਿਆਰਾ ਹੈ। ਮਹੱਲਾ ਪਹਿਲਾ ਸੋ ਅਵਧੂਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ। ਅਵਧੂਤੀ ਅਵਧੂਤ ਜਿਨੇ ਮਾਇਆ ਤੋਂ ਆਪਣੇ ਆਪ ਨੂੰ ਜਿਹਨੂੰ ਬਿਰਖਤ ਕਹਿ ਦਿੰਦੇ, ਭਾਵ ਕਿ ਨਿਰਲੇਪ ਹੋ ਗਿਆ। ਔਰ ਮਹਾਰਾਜ ਕਹਿੰਦੇ ਅਵਧੂਤੀ ਕੌਣ ਹੈ ਅਸਲ ਵਿੱਚ? ਜਿਨੇ ਆਪਣੇ ਅੰਦਰੋਂ ਆਪਣਾ ਆਪਾ ਮਾਰ ਲਿਆ ਹੈ। ਕਈ ਵਾਰੀ ਬੰਦਾ ਕੋਈ ਚੀਜ਼ ਤਿਆਗਦਾ ਨਾ, ਉਹਨੂੰ ਇਸ ਚੀਜ਼ ਦਾ ਅਭਿਮਾਨ ਬੜਾ ਹੋ ਜਾਂਦਾ। ਬਾਬੇ ਕਬੀਰ ਨੇ ਆਖਿਆ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਹੱਥ ਚੋਂ ਬੰਦਾ ਚੀਜ਼ ਛੱਡ ਦਿੰਦਾ ਹੈ ਬਹੁਤ ਵਾਰ, ਪਰ ਮਨ ਤੋਂ ਨਹੀਂ ਛੱਡੀ ਜਾਂਦੀ। ਮਹਾਰਾਜ ਕਹਿੰਦੇ ਹੱਥ ਤੋਂ ਭਾਵੇਂ ਬਾਅਦ ਚ ਛੱਡੀ, ਮਨ ਤੋਂ ਤਿਆਗ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਹੀ ਤੇਰਾ ਪਾਰ ਉਤਾਰਾ ਹੋ ਜਾਏਗਾ। ਕਹਿੰਦੇ ਭਿਖਿਆ ਭੋਜਨ ਕਰੈ ਸੰਤਾਪ। ਔਰ ਭਿਖਿਆ ਭੋਜਨ ਜਿਹੜਾ ਹੈ ਉਹ ਆਪਣੇ ਅੰਦਰੋਂ ਦਵੈਸ਼ ਈਰਖਾ ਨੂੰ ਦੂਰ ਕਰਕੇ ਉਸ ਪਰਮੇਸ਼ਰ ਦੀ ਅਰਾਧਨਾ ਵਿੱਚ ਜੁੜੇ। ਇਹੀ ਭਿਖਿਆ ਦਰ ਦਰ ਤੇ ਮੰਗਣ ਵਾਲਾ ਕਰਮ ਜਿਹੜਾ ਨਹੀਂ, ਉਸ ਮਾਲਕ ਦੇ ਨਾਮ ਨੂੰ ਆਪਣਾ ਭੋਜਨ ਬਣਾਵੇ। ਆਓ ਹੱਠ ਪਟਣ ਮਹਿ ਭੀਖਿਆ ਕਰੈ, ਸੋ ਅਵਧੂਤੀ ਸਿਵਪੁਰ ਚੜੈ। ਆਓ ਹੱਠ ਆਪਣੇ ਅੰਦਰ ਕਹਿੰਦੇ ਪਟਣ ਦਾ ਅਰਥ ਹੁੰਦਾ ਸ਼ਹਿਰ। ਕਹਿੰਦੇ ਫਿਰ ਉਹਦੇ ਵਿੱਚ ਆਪਣੇ ਅੰਦਰ ਹੀ, ਬਾਹਰ ਨਹੀਂ ਕਿਸੇ ਗਲੀ ਦੇ ਵਿੱਚ ਕਿਸੇ ਬਾਜ਼ਾਰ ਵਿੱਚ ਮੰਗਦਾ, ਆਪਣੇ ਅੰਦਰ ਕਹਿੰਦੇ ਉਸ ਮਾਲਕ ਦੇ ਦਰ ਤੋਂ ਭਿਖਿਆ ਮੰਗਦਾ ਹੈ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਉਹਦੇ ਦਰ ਤੋਂ ਭਿਖਿਆ ਮੰਗਦਾ ਹੈ। ਮਾਲਕ ਜੀ ਰਹਿਮਤ ਕਰੋ, ਦੋਏ ਕਰ ਜੋੜ ਮੰਗੋ, ਇੱਕ ਦਾਨਾ ਸਾਹਿਬ ਤੁਠੈ ਪਾਵਾਂ, ਸਾਸ ਸਾਸ ਨਾਨਕ ਆਰਾਧੇ ਆਠ ਪੈਰ ਗੁਣ ਗਾਵਾਂ। ਕਹਿੰਦੇ ਦਾਤ ਮੰਗਦਾ ਹੈ। ਸੋ ਅਵਧੂਤੀ ਸਿਵਪੁਰ ਚੜੈ। ਕਹਿੰਦੇ ਉਹ ਫਿਰ ਉਸ ਸ਼ਿਵਪੁਰ, ਸ਼ਿਵ ਦਾ ਅਰਥ ਮਹਾਰਾਜ ਨੇ ਪਰਮੇਸ਼ਰ, ਦਸਮ ਪਾਤਸ਼ਾਹ ਦਾ ਬਚਨ ਪੜੋਗੇ ਨਾ, ਮਹਾਰਾਜ ਕਹਿੰਦੇ ਹੈ ਕਿ ਚੌਪਈ ਸਾਹਿਬ ਦੇ ਵਿੱਚ ਮਹਾਦੇਵ ਕੋ ਕਹਿਤ ਸਦਾ ਸ਼ਿਵ। ਕਹਿੰਦੇ ਨਿਰੰਕਾਰ ਕਾ ਜਾਣਤ ਨਹੀਂ ਭੇਵ, ਉਹਦਾ ਭੇਦ ਨਹੀਂ ਜਾਣਦਾ, ਕਿਸੇ ਹੋਰ ਨੂੰ ਹੀ ਕਹੀ ਜਾਂਦਾ ਹੈ। ਬੋਲੇ ਗੋਰਖ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਇਹ ਗੋਰਖ ਪੰਥੀ ਜਿਹੜਾ ਹੈ ਕਹਿੰਦੇ ਆਖਦਾ ਕਿ ਉਹ ਸਤ ਸਰੂਪ ਪਰਮੇਸ਼ਰ ਜਿਹੜਾ ਪਰਮ ਤੰਤ ਸਭ ਦਾ ਤਤ ਹੈ, ਉਹ ਰੂਪ ਰੇਖ ਤੋਂ ਨਿਆਰਾ, ਉਹਦੇ ਵਿੱਚ ਭੇਦ ਹੋਣ ਲਈ ਆ ਚੀਜ਼ਾਂ ਛੱਡਣੀਆਂ ਪੈਣੀਆਂ ਹਨ। ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੈ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਕਹਿੰਦੇ ਉਦਾਸੀ ਕੌਣ ਹੈ? ਜਿਹੜਾ ਅਸਲ ਵਿੱਚ ਉਪਰਾਮਤਾ ਔਰ ਮਨ ਕਰਕੇ ਉਦਾਸੀ। ਗੁਰਸਿੱਖ ਜੋਗੀ ਜਾਗਦੇ ਮਾਇਆ ਦੇ ਵਿੱਚ ਕਰਨ ਉਦਾਸੀ, ਵਿੱਚ ਉਹਦੇ ਰਹਿ ਕੇ, ਛੱਡ ਕੇ ਨਹੀਂ। ਅਰਧ ਉਰਧ ਉੱਪਰ ਥੱਲੇ, ਕਹਿੰਦੇ ਹਰ ਵਕਤ ਭਾਵ ਕੇ ਚਾਹੇ ਦੁੱਖ ਵਿੱਚ ਸੁੱਖ ਵਿੱਚ ਉਸ ਨਿਰੰਜਨ ਦੇ ਵਿੱਚ ਵਾਸ ਭਾਵ ਕੇ ਪਰਮੇਸ਼ਰ ਨਾਲ ਬਿਰਤੀ ਜੋੜਦਾ ਹੈ। ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ
ਪੜੈ ਨਾ ਕੰਧ। ਚੰਦਰਮਾ ਸੀਤਲਤਾ ਦਾ ਪ੍ਰਤੀਕ ਹੈ, ਸੂਰਜ ਪ੍ਰਕਾਸ਼ ਹੈ ਜਿਹਦਾ ਅਰਥ ਹੈ ਗਿਆਨ। ਕਹਿੰਦੇ ਉਹਦੇ ਅੰਦਰ ਉਹ ਸੀਤਲਤਾ ਤੇ ਗਿਆਨ ਦੋਨੋਂ ਚੀਜ਼ਾਂ। ਤਿਸ ਉਦਾਸੀ ਕਾ ਪੜੈ ਨਾ ਕੰਧ, ਉਹਦਾ ਸਰੀਰ ਫਿਰ ਨਿਫਲ ਨਹੀਂ ਜਾਂਦਾ, ਉਹ ਲੇਖੇ ਲੱਗ ਜਾਂਦਾ, ਮਾਲਕ ਦੇ ਦਰ ਤੇ ਕਬੂਲ ਪੈਂਦਾ ਹੈ। ਬੋਲੇ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਫਿਰ ਕਹਿੰਦੇ ਇਹ ਜੋਗੀਆਂ ਦੇ ਨਾਮ ਜਿਹੜੇ ਨੇ, ਕਿਉਂਕਿ ਜੋ ਪੁਰਾਤਨ ਵੀ ਹੋਏ ਫਿਰ ਅੱਗੇ ਵੀ ਨਾਮ ਉਸੇ ਤੋਂ ਰੱਖਦੇ। ਕਹਿੰਦੇ ਬੋਲੇ ਗੋਪੀ ਚੰਦ ਸਤ ਸਰੂਪੋ, ਪਰਮੇਸ਼ਰ ਅਕਾਲ ਪੁਰਖ ਜਿਹਦਾ ਕੋਈ ਰੂਪ ਰੇਖ ਨਹੀਂ, ਉਹਦੇ ਵਿੱਚ ਲੀਨ ਹੋਣਾ ਹੈ। ਪਰਮ ਤੰਤ ਮਹਿ ਰੇਖ ਨਾ ਰੂਪ। ਕਹਿੰਦੇ ਉਹ ਪਰਮ ਤੰਤ ਪਰਮੇਸ਼ਰ ਅਕਾਲ ਪੁਰਖ ਜਿਹਦਾ ਕੋਈ ਚੇਨ ਚੱਕਰ ਨਹੀਂ, ਉਹਦੇ ਤੋਂ ਨਿਆਰਾ ਉਹ ਪਰਮੇਸ਼ਰ ਆਕਾਰ ਤੋਂ ਰਹਿਤ ਹੈ। ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ। ਪਾਖੰਡੀ ਦਾ ਅਰਥ ਵੈਸੇ ਤਾਂ ਦਿਖਾਵੇ ਵਾਲਾ ਹੁੰਦਾ, ਪਰ ਇੱਥੇ ਹੈ ਕਿ ਜਿਹੜਾ ਕਾਇਆ ਨੂੰ ਪਰਮੇਸ਼ਰ ਦੇ ਨਾਮ ਦੁਆਰਾ ਬਾਹਰ, ਜਿਵੇਂ ਪਾਣੀ ਨਾਲ ਕਾਇਆ ਧੋਈਦੀ ਹੈ, ਵਾਮ ਮਾਰਗੀਆਂ ਵਿੱਚ ਇੱਕ ਐਸਾ ਫਿਰਕਾ, ਕਹਿੰਦੇ ਉਹ ਆਪਣੇ ਅੰਦਰ ਨੂੰ ਧੋਵੇ ਔਰ ਕਾਇਆ ਕੀ ਅਗਨ ਬ੍ਰਹਮ ਪਰਜਾਲੇ, ਉਸ ਬ੍ਰਹਮ ਦੀ ਅਗਨ ਨੂੰ ਪਰਮੇਸ਼ਰ ਨਾਲ ਜੁੜ ਕੇ ਪੈਦਾ ਕਰਦਾ ਹੈ। ਸੁਪਨੇ ਬਿੰਦ ਨ ਦੇਈ ਚਰਣਾ, ਤਿਸ ਪਾਖੰਡੀ ਜਰਾ ਨ ਮਰਨਾ। ਕਹਿੰਦੇ ਉਹ ਸੁਪਨੇ ਵਿੱਚ ਵੀ ਵਾਸ਼ਨਾ ਵਿੱਚ ਨਹੀਂ ਜਾਂਦਾ, ਕਾਮ ਵਿੱਚ ਨਹੀਂ ਜਾਂਦਾ, ਤਿਸ ਪਾਖੰਡੀ ਜ਼ਰਾ ਨਾ ਮਰਨਾ। ਫਿਰ ਕਹਿੰਦੇ ਉਹਦਾ ਜੀਵਨ ਜਿਹੜਾ ਹੈ ਉਹ ਫਿਰ ਨਹੀਂ ਖਰਾਬ ਹੁੰਦਾ, ਭਾਵ ਕਿ ਗਲਦਾ ਨਹੀਂ, ਵਿਕਾਰਾਂ ਵਿੱਚ ਉਹ ਸਾਬਤ ਰਹਿ ਜਾਂਦਾ ਹੈ। ਬੋਲੇ ਚਰਪਟ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਚਰਪਟ ਆਖਦਾ ਕਿ ਉਹ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਜਿਹੜਾ ਪਰਮ ਤਤ ਸਭ ਦਾ ਔਰ ਰੂਪ ਰੇਖ ਤੋਂ ਨਿਆਰਾ, ਚੇਣ ਚੱਕਰ ਤੋਂ ਬਾਹਰ ਹੈ। ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮਹਿ ਰੂਪੈ ਥੰਮ। ਕਹਿੰਦੇ ਉਹ ਬੈਰਾਗੀ ਜੋ ਉਲਟੇ ਬ੍ਰਹਮ, ਭਾਵ ਕਿ ਬ੍ਰਹਮ ਵਾਲੇ ਪਾਸੇ ਆਪਣੇ ਆਪ ਨੂੰ ਮੋੜਦਾ ਸੰਸਾਰ ਤੋਂ, ਔਰ ਗਗਨ ਮੰਡਲ ਮੈਂ ਰੋਪੈ ਥੰਮ, ਆਪਣੇ ਦਸਮ ਦੁਆਰੇ ਉਸ ਪਰਮੇਸ਼ਰ ਦੇ ਨਾਮ ਦਾ ਥੰਮ ਆਸਰਾ ਲੈਂਦਾ ਹੈ। ਅਹਨਿਸ ਅੰਤਰ ਰਹਿ ਧਿਆਨ, ਤੇ ਬੈਰਾਗੀ ਸਤ ਸਮਾਨ। ਉਹ ਦਿਨ ਰਾਤ ਹੈ ਨਿਸ ਉਸ ਮਾਲਕ ਦੇ ਧਿਆਨ ਦੇ ਵਿੱਚ, ਕਹਿੰਦੇ ਉਹ ਸਤ ਦੇ ਸਮਾਨ, ਉਸ ਪਰਮੇਸ਼ਰ ਦਾ ਰੂਪ, ਉਸ ਅਕਾਲ ਪੁਰਖ ਦਾ ਰੂਪ ਉਹ ਨਿਬੜਦਾ ਹੈ। ਬੋਲੇ ਪਰਥਰ ਸਤ ਸਰੂਪ, ਪਰਮ ਤੰਤ ਮਹਿ ਰੇਖ ਨਾ ਰੂਪ। ਉਹ ਸਤ ਸਰੂਪ ਪਰਥਰ ਜੋਗੀ ਮਹਾਰਾਜ ਕਹਿੰਦੇ ਉਹ ਸਤ ਸਰੂਪ ਹੁਣ ਜਦੋਂ ਪੁੱਛਦਾ ਹੈ, ਮਹਾਰਾਜ ਕਹਿੰਦੇ ਹਾਂ ਉਹ ਚਿੰਨ ਚੱਕਰ ਰੂਪ ਰੇਖ ਤੋਂ ਨਿਆਰਾ ਹੈ। ਮਹੱਲਾ ਪਹਿਲਾ ਕਿਉ ਮਰੈ ਮੰਦਾ, ਕਿਉ ਜੀਵੈ ਜੁਗਤ, ਕੰਨ ਪੜਾਏ ਕਿਆ ਖਾਜੈ ਭੁਗਤ। ਕਹਿੰਦੇ ਕਿਸ ਤਰ੍ਹਾਂ ਅੰਦਰੋਂ ਵਾਸ਼ਨਾਵਾਂ ਦੀ ਕਹਾਣੀ ਸਮਾਪਤ ਹੁੰਦੀ ਹੈ ਤੇ ਜੀਵਨ ਦੀ ਅਸਲ ਜੁਗਤ ਕਿਵੇਂ ਪ੍ਰਾਪਤ ਹੁੰਦੀ, ਅੰਦਰੋਂ ਬੁਰਾਈ ਕਿਵੇਂ ਜਾਵੇ, ਤੇ ਗੁਰੂ ਮਿਹਰ ਭਰਿਆ ਹੱਥ ਰੱਖਦਾ ਹੈ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਾਈਆਂ। ਬੋਲੇ ਕਹਿੰਦੇ ਕੰਨ ਪੜਾਏ ਕਿਆ ਖਾਜੈ ਭੁਗਤ, ਕੇਵਲ ਕੰਨ ਪੜਵਾ ਕੇ ਮੁੰਦਰਾਂ ਪਾ ਕੇ ਕਹਿੰਦੇ ਭੁਗਤ ਚੂਰਮਾ ਇਤਿਆਦਿ ਖਾ ਕੇ ਰੱਬ ਨਹੀਂ ਮਿਲਦਾ। ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹਿ ਹਿਆਉ। ਕਹਿੰਦੇ ਆਸਤ ਨਾਸਤ ਏਕੋ ਨਾਉ, ਉਹ ਪਰਮੇਸ਼ਰ ਹਰ ਰੂਪ ਦੇ ਵਿੱਚ, ਚਾਹੇ ਦੁੱਖ ਹੈ ਸੁੱਖ ਹੈ, ਕਹਿੰਦੇ ਚਾਹੇ ਅੰਦਰ ਹੈ ਬਾਹਰ ਹੈ, ਹਰ ਥਾਂ ਤੇ ਕੋਈ ਉਸ ਪਰਮੇਸ਼ਰ ਦਾ ਨਾਮ, ਨਾਸਤਕ ਜਿਹੜਾ ਰੱਬ ਉਹਦੇ ਚ ਵੀ ਵਸਦਾ। ਕੌਣ ਸੋ ਅੱਖਰ ਜਿਤ ਰਹਿ ਹਿਆਉ, ਕਿਹੜਾ ਅੱਖਰ ਹੈ ਜਿਹੜਾ ਹਿਰਦੇ ਵਿੱਚ ਟਿਕਦਾ ਤੇ ਉਸ ਮਾਲਕ ਵੱਲ ਤੁਰੀਦਾ ਹੈ। ਧੂਪ ਛਾਵ ਜੇ ਸਮ ਕਰ ਸਹੈ, ਤਾਂ ਨਾਨਕ ਆਖੈ ਗੁਰ ਕੋ ਕਹੈ। ਧੂਪ ਛਾਵ ਦੁੱਖ ਸੁੱਖ ਨੂੰ ਸਮ ਕਰਕੇ ਸਹਿੰਦਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਨਾਨਕ ਆਖੈ ਗੁਰ ਕੋ ਕਹੈ। ਫਿਰ ਉਹ ਮਾਲਕ ਦੇ ਦਰ ਤੇ ਗੁਰੂ ਦੀ ਸਿੱਖਿਆ ਪ੍ਰਾਪਤ ਕਰ ਪ੍ਰਵਾਨ ਚੜ੍ਹਦਾ ਹੈ। ਛੇ ਵਰਤਾਰੇ ਵਰਤਹਿ ਪੂਤ, ਨਾ ਸੰਸਾਰੀ ਨਾ ਅਵਧੂਤ। ਕਹਿੰਦੇ ਜ਼ਿਆਦਾਤਰ ਜੋਗੀ 6 ਜਿਹੜਾ ਹੈ ਉਹਨਾਂ ਦੇ ਵਿੱਚ ਹੀ ਭੇਖਾਂ ਵਿੱਚ ਵਰਤਦੇ। 6 ਵਰਤਾਰੇ ਵਰਤੈ ਪੂਤ, ਨਾ ਉਹ ਸੰਸਾਰੀ ਰਹਿੰਦੇ ਤੇ ਨਾ ਵਿਰਕਤ, ਨਾ ਰੱਬ ਮਿਲਿਆ ਤੇ ਨਾ ਜੱਗ ਵਾਲੇ ਪਾਸੇ ਨਿਭੇ, ਦੋਨੋਂ ਥਾਵਾਂ ਗਵਾ ਬਹਿੰਦੇ ਹਨ। ਨਿਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ। ਜੋ ਨਿਰੰਕਾਰ ਨਾਲ ਜੁੜ ਗਿਆ, ਉਸ ਮਾਲਕ ਨਾਲ ਚਿੱਤ ਜੁੜ ਗਿਆ,
ਉਹ ਫਿਰ ਹੁਣ ਦਰ ਦਰ ਤੇ ਮੰਗਣ ਨਹੀਂ, ਉੱਤੇ ਇੱਕੋ ਹੀ ਗੱਲ ਕਹਿੰਦਾ, ਤੇਰੀ ਪਨਾ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਅੱਗੇ ਮਹਾਰਾਜ ਪੌੜੀ ਕਹਿੰਦੇ ਹਨ, ਪੌੜੀ ਹਰ ਮੰਦਰ ਸੋਈ ਆਖੀਐ, ਜਿੱਥੋਂ ਹਰ ਜਾਤਾ। ਕਹਿੰਦੇ ਇਹ ਹਰੀ ਮੰਦਰ ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਆਪ ਜੀ ਦਰਸ਼ਨ ਕਰਨ ਆ ਰਹੇ ਹੋ, ਦਰਸ਼ਨ ਕਰ ਰਹੇ ਹੋ, ਉੱਥੇ ਆ ਸਰੀਰ ਨੂੰ ਵੀ ਮਹਾਰਾਜ ਕਹਿੰਦੇ ਵੀ ਹਰੀ ਦਾ, ਜਿੱਥੇ ਹਰੀ ਰਹਿੰਦਾ, ਮੰਦਰ ਦਾ ਅਰਥ ਘਰ, ਉਹ ਘਰ ਜਿੱਥੇ ਹਰੀ ਦਾ ਵਾਸਾ ਹੈ। ਕਹਿੰਦੇ ਜਿੱਥੋਂ ਹਰੀ ਨੂੰ ਜਾਤਾ, ਜਿੱਥੋਂ ਹਰੀ ਨੂੰ ਜਾਣਿਆ ਜਾਂਦਾ ਹੈ। ਮਾਨਸ ਦੇਹ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ। ਔਰ ਮਾਨਸ ਦੇ ਵਿੱਚ ਗੁਰੂ ਦੇ ਬਚਨਾਂ ਮੁਤਾਬਕ ਇਹ ਦਾਤ ਪ੍ਰਾਪਤ ਕੀਤੀ ਕਿ ਉਸ ਆਤਮ ਰਾਮ ਜਿਹਦੀ ਪਹਿਚਾਣ ਗੁਰੂ ਨੇ ਬਖਸ਼ਿਸ਼ ਕਰਕੇ ਕਰਵਾਈ ਹੈ। ਬਾਹਰ ਮੂਲ ਨਾ ਖੋਜੀਐ, ਕਰ ਮਾਹੇ ਵਿਧਾਤਾ। ਮਹਾਰਾਜ ਫੇਰ ਕਹਿੰਦੇ ਬਾਹਰ ਨਾ ਭੁੱਲ ਕੇ ਵੀ ਜਾਈ, ਉਹ ਘਰ ਦੇ ਵਿੱਚ ਹੀ ਹੈ। ਸਭ ਕੁਛ ਘਰ ਮੈਂ ਬਾਹਰ ਨਹੀਂ, ਕਹਿੰਦੇ ਉਹ ਘਰ ਦੇ ਵਿੱਚ ਹੀ ਹੈ। ਇੱਥੋਂ ਹੀ ਉਸ ਵਿਧਾਤੇ ਨੂੰ ਪਾਈਦਾ ਹੈ। ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿਨੀ ਜਨਮ ਗਵਾਤਾ। ਕਹਿੰਦੇ ਲੇਕਿਨ ਮਨਮੁਖ ਆਪਣੇ ਮਨ ਮਗਰ ਤੁਰਨ ਵਾਲੇ, ਉਹ ਨਾ ਉਸ ਮਾਲਕ ਦੇ ਦਰ ਦੀ ਸਾਰ ਜਾਣਦੇ, ਨਾ ਆਪਣੇ ਇਸ ਮਿਲੇ ਹੋਏ ਸਰੀਰ ਹਰਮੰਦਰ ਦੀ ਸਾਰ ਜਾਣਦੇ। ਨਸ਼ਿਆਂ ਨਾਲ ਭਰ ਕੇ, ਵਿਕਾਰਾਂ ਨਾਲ ਭਰ ਕੇ, ਇਹਦੇ ਵਿੱਚ ਹੀ ਜੀਵਨ ਜਿਹੜਾ ਹੈ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਗਵਾ ਕੇ ਚਲੇ ਜਾਂਦੇ ਹਨ। ਸਭ ਮਹਿ ਇੱਕ ਵਰਤਦਾ, ਗੁਰ ਸਬਦੀ ਪਾਇਆ ਜਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਕਹਿੰਦੇ ਸਭਨਾਂ ਦੇ ਵਿੱਚ ਇੱਕ ਵਰਤਦਾ, ਔਰ ਉਹਦੀ ਪ੍ਰਾਪਤੀ ਜਿੰਨੇ ਮਗਰ ਮਹਾਰਾਜ ਨੇ ਬਚਨ ਕਹੇ, ਨਾ ਨੰਗੇ ਰਹਿ ਕੇ, ਨਾ ਭੁੱਖੇ ਰਹਿ ਕੇ, ਨਾ ਘਰ ਛੱਡ ਕੇ, ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਪਾਇਆ ਜਾਂਦਾ ਹੈ। ਫਿਰ ਇਹ ਜਿਹੜੀ ਪਹਿਲੀ ਪੌੜੀ ਦੇ ਨਾਲ ਰਹਾਉ ਦਾ ਬੰਦ ਆਇਆ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਨਾਈ ਦਾ ਅਰਥ ਹੈ ਵਡਿਆਈ। ਕਹਿੰਦੇ ਤੂੰ ਵਾਹ, ਔਰ ਮਹਾਰਾਜ ਕਹਿੰਦੇ ਵਾਹ ਕਹਿਣਾ ਕਿਹਨੂੰ ਹੈ? ਸਭ ਕਹਿੰਦੇ ਦੁਨੀਆ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ, ਵਾਹੋ ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪ੍ਰਵਾਹ। ਕਹਿੰਦੇ ਵਾਹ ਵਾਹ ਉਹਦੀ ਕਰਿਆ ਕਰ, ਉਹਦੀ ਵਾਹ ਵਾਹ ਕਰਦਿਆਂ ਇੱਕ ਦਿਨ ਤੂੰ ਵੀ ਵਾਹ 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 ਕਰਦਿਆਂ ਕਰਦਿਆਂ ਉਸ ਵੱਡੇ ਦਾ ਰੂਪ ਹੋ ਜਾਏਗਾ। ਸੰਸਾਰ ਦੀ ਵਾਹ ਵਾਹ ਕਰਦਿਆਂ ਕੁਝ ਪ੍ਰਾਪਤ ਨਹੀਂ ਹੋਏਗਾ। ਦੰਦ ਘਸ ਜਾਣਗੇ, ਜੀਭ ਘਸ ਜਾਏਗੀ, ਪ੍ਰਾਪਤੀ ਕੀ ਹੈ? ਕੁਝ ਵੀ ਨਹੀਂ। ਮਹਾਰਾਜ ਕਹਿੰਦੇ ਜਿੰਨੀ ਸੰਸਾਰ ਦੀ ਵਡਿਆਈ ਵਾਲੇ ਪਾਸੇ ਜ਼ੋਰ ਲਾਉਣਾ ਹੈ, ਕਿਤੇ ਨਿਰੰਕਾਰ ਦੀ ਯਾਦ ਵਿੱਚ ਜੁੜ, ਤਾਂ ਕਿ ਤੇਰੇ ਜੀਵਨ ਦਾ ਬੇੜਾ ਪਾਰ ਹੋਵੇ। ਅਖੀਰਲੀਆਂ ਪੰਕਤੀਆਂ ਪੜਿਓ ਜੀ। ਸਭ ਮਹਿ ਇੱਕ ਵਰਤਦਾ, ਗੁਰ ਸਬਦੀ ਪਾਇਆ ਜਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ